ਰਾਮ ਕਲੀ ਮਹੱਲਾ ਪੰਜਵਾ। ਰਤਨ ਜਵੇ ਹਰ ਨਾਮ। ਪਾਵਨ ਸ਼ਬਦ ਦੀਆਂ ਵਿਚਾਰਾਂ ਪ੍ਰਾਰੰਭ ਕਰਨ ਤੋਂ ਪਹਿਲਾਂ ਆਪ ਸੰਗਤਾਂ ਇੱਕ ਉਮੀਦ ਲੈ ਕੇ ਗੁਰੂ ਘਰ ਪਹੁੰਚੇ ਹੋ। ਉਹ ਉਮੀਦ ਉਹ ਆਪ ਸੰਗਤਾਂ ਦੇ ਅੰਦਰ ਨਵੇਂ ਸਾਲ ਦੀ ਹੈ। ਸਾਡਾ ਪੰਜਾਬੀਆਂ ਦਾ ਨਵਾਂ ਸਾਲ ਇੱਕ ਚੇਤ ਤੋਂ ਪ੍ਰਾਰੰਭ ਹੁੰਦਾ ਹੈ। ਧੰਨ ਗੁਰਬਾਣੀ ਦੇ ਅੰਦਰ ਫਰਮਾਨ ਹੁੰਦਾ ਹੈ, ਚੇਤ ਗੋਬਿੰਦ ਅਰਾਧਿਐ ਹੋਵੇ ਆਨੰਦ ਕਣਾ। ਇਸ ਤੁਕ ਦੇ ਅਰਥ ਜੇ ਅਸੀਂ ਗਉ ਦੇ ਨਾਲ ਕਰਨਾ ਕਰੀਏ ਤੇ ਗੁਰੂ ਮਹਾਰਾਜ ਜੀ ਸਾਨੂੰ ਇਹ ਸੁਚੇਤ ਕਰਦੇ ਨੇ, ਭਾਈ ਪਿਛਲੇ ਸਾਲ ਦੇ ਵਿੱਚ ਜਿਹੜੀਆਂ ਤੂੰ ਗਲਤੀਆਂ ਕੀਤੀਆਂ ਨੇ ਨਾ, ਜੇ ਉਹੀ ਗਲਤੀਆਂ ਇਸ ਸਾਲ ਦੇ ਵਿੱਚ ਕਰੇਗਾ ਤੇ ਫਿਰ ਤੈਨੂੰ ਆਨੰਦ ਨਹੀਂ ਹੋਏਗਾ। ਜਿਵੇਂ ਪਿਛਲਾ ਸਾਲ ਗੁਜ਼ਰਿਆ ਉਵੇਂ ਇਸ ਸਾਲ ਗੁਜ਼ਰੇਗਾ। ਚੇਤ ਗੋਬਿੰਦ ਅਰਾਧਿਐ ਹੋਵੇ ਆਨੰਦ ਘਣਾ। ਜੇ ਤੂੰ ਇਸ ਸਾਲ ਦੀ ਸ਼ੁਰੂਆਤ ਉਸ ਅਕਾਲ ਪੁਰਖ ਵਾਹਿਗੁਰੂ ਦੇ ਭਜਨ ਸਿਮਰਨ ਦੇ ਨਾਲ ਕਰੇਗਾ ਤੇ ਫਿਰ ਸਾਰੇ ਦਾ ਸਾਰਾ ਸਾਲ ਇਹ ਜਿਹੜੇ 12 ਮਹੀਨੇ ਨੇ ਤੇਰੇ ਜੀਵਨ ਦੇ ਵਿੱਚ ਆਨੰਦ ਦੇਣ ਵਾਲੇ ਹੋਣਗੇ। ਜੇ ਮਨੁੱਖ ਨੇ ਆਪਣੀਆਂ ਗਲਤੀਆਂ ਨਹੀਂ ਸੁਧਾਰਨੀਆਂ, ਆਪਣੇ ਜੀਵਨ ਨੂੰ ਉੱਚਾ ਤੇ ਸੁੱਚਾ ਨਹੀਂ ਬਣਾਉਣਾ, ਉਹਨਾਂ ਗਲਤੀਆਂ ਨੂੰ ਵਾਰੀ-ਵਾਰੀ ਦੁਹਰਾਈ ਜਾਣਾ ਤੇ ਉਹਦੇ ਲਈ ਕੁਝ ਵੀ ਨਵਾਂ ਨਹੀਂ। ਉਹਦੇ ਲਈ ਜਿਹੜਾ ਅਗਲਾ ਦਿਨ ਚੜ੍ਹਦਾ ਹੈ ਉਹ ਵੀ ਨਵਾਂ ਨਹੀਂ। ਕੱਲ ਜੋ ਮੇਰੇ ਤੋਂ ਗਲਤੀਆਂ ਹੋਈਆਂ ਨੇ, ਜੇ ਮੈਂ ਕੋਸ਼ਿਸ਼ ਕੀਤੀ ਹੈ ਵੀ ਅੱਜ ਉਹ ਗਲਤੀਆਂ ਨਾ ਹੋਣ, ਜੇ ਅੱਜ ਵੀ ਉਹੀ ਗਲਤੀਆਂ ਕਰ ਰਹੇ ਹਾਂ ਤੇ ਫਿਰ ਕੱਲ ਦੇ ਵਿੱਚ ਤੇ ਅੱਜ ਦੇ ਵਿੱਚ ਫਰਕ ਨਹੀਂ। ਮੈਂ ਇੱਕ ਉਦਾਹਰਨ ਦੇ ਨਾਲ ਸਮਝਾਉਣ ਦਾ ਯਤਨ ਕਰਾਂਗਾ। ਟਕਸਾਲ ਦੇ ਵਿੱਚ ਮਰਿਆਦਾ ਹੈ ਸੰਥਿਆ 3 ਵਾਰੀ ਗੁਰਸਿੱਖ ਨੇ ਕਰਨੀ ਹੈ। ਇਸ ਦਾ ਭਾਵ ਇਹ ਹੈ ਕਿ ਗੁਰੂ ਸਾਨੂੰ 3 ਮੌਕੇ ਦਿੰਦਾ ਹੈ ਗਲਤੀ ਸੁਧਾਰਨ ਦੇ। ਜਿਹੜੇ ਸਾਡੇ ਮਹਾਂਪੁਰਸ਼ ਨੇ ਨਾ, ਸੰਤ ਬਾਬਾ ਗੁਰਬਚਨ ਸਿੰਘ, ਸੰਤ ਬਾਬਾ ਸੁੰਦਰ ਸਿੰਘ, ਕਰਤਾਰ ਸਿੰਘ, ਸੰਤ ਜਰਨੈਲ ਸਿੰਘ ਪਿੰਡਰਾਂ ਵਾਲੇ, ਇਹਨਾਂ ਤੋਂ ਪਿਛੋਕੜ ਜਿੰਨਾ ਵੀ ਆਪਾਂ ਪਿੱਛੇ ਜਾਵਾਂਗੇ ਤੇ ਉਹਨਾਂ ਦੀਆਂ ਵਿਚਾਰਾਂ ਨੂੰ ਜੇ ਅਸੀਂ ਉਹਦੇ ਨਾਲ ਪਕੜਾਂਗੇ ਨਾ, ਫਿਰ ਗੱਲ ਦੀ ਸਮਝ ਆਏਗੀ। ਜੇ ਸੁਣ ਲਿਆ ਤੇ ਬਸ ਠੀਕ ਹੈ, ਫਿਰ ਸਮਝ ਨਹੀਂ ਆਏਗੀ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜੋ ਇਹ ਮਰਿਆਦਾ ਚਲਾਈ ਹੈ, ਮਹਾਂਪੁਰਸ਼ਾਂ ਦੁਆਰਾ ਜੋ ਇਸ ਮਰਿਆਦਾ ਨੂੰ ਅੱਗੇ ਤੋਂ ਅੱਗੇ ਤੋੜਿਆ ਜਾ ਰਿਹਾ ਹੈ, ਇਸ ਦਾ ਕਾਰਨ ਇਹ ਕਿ ਗੁਰੂ ਸਵਾਰਿਆ, ਗੁਰੂ ਵੱਲੋਂ ਤੇਰੀਆਂ 3 ਗਲਤੀਆਂ ਨੇ ਜਿਹੜੀਆਂ ਤੈਨੂੰ ਉਹ ਮਾਫ ਨੇ। ਜੇ ਇਸ ਤੋਂ ਬਾਅਦ ਵੀ ਤੂੰ ਗਲਤੀ ਕਰੇਗਾ ਤੇ ਫਿਰ ਭਾਈ ਉਸ ਦਾ ਜ਼ਿੰਮੇਵਾਰ ਤੂੰ ਖੁਦ ਹੋਵੇਂਗਾ। ਤਾਂ ਵਾਸਤੇ ਅਸੀਂ ਆਪਣੀਆਂ ਗਲਤੀਆਂ ਨੇ ਜਿਹੜੀਆਂ ਉਹ ਸੁਧਾਰਨ ਦਾ ਯਤਨ ਕਰੀਏ। ਸੱਚੇ ਸਤਿਗੁਰ ਕਿਰਪਾ ਕਰਨ। ਜਿਵੇਂ ਵੀ ਸਾਡੇ ਅੰਦਰ ਦੀ ਭਾਵਨਾ ਹੈ, ਉਸ ਭਾਵਨਾ ਨੂੰ ਗੁਰੂ ਮਹਾਰਾਜ ਜੀ ਭਾਗ ਲਾਣ ਤੇ ਹਰ ਇੱਕ ਜਿਹੜਾ ਦਿਨ ਨਵਾਂ ਆਉਂਦਾ ਹੈ, ਉਹ ਨਵਾਂ ਦਿਨ ਤਾਂ ਹੀ ਹੈ ਜੇ ਪੁਰਾਣੀਆਂ ਗਲਤੀਆਂ ਅਸੀਂ ਨਹੀਂ ਦੁਹਰਾਈਆਂ। ਜੇ ਪੁਰਾਣੀਆਂ ਗਲਤੀਆਂ ਵਾਰੀ-ਵਾਰੀ ਦੁਹਰਾਈ ਜਾਂਦੇ ਆ ਤੇ ਫਿਰ ਅਗਲਾ ਦਿਨ ਨਵਾਂ ਹੀ ਨਹੀਂ ਹੈ। ਉਹ ਪਿਛਲੀਆਂ ਆਦਤਾਂ ਨੇ, ਪਿਛਲੀਆਂ ਬੁਰਾਈਆਂ ਨੇ ਤੇ ਨਾਲ ਤੋਰੀ ਫਿਰਦੇ ਆ, ਫਿਰ ਕੁਝ ਵੀ ਨਵਾਂ ਨਹੀਂ। ਸੋ ਇਸ ਤਰ੍ਹਾਂ ਸਾਡੇ ਸਮਾਜ ਦੇ ਅੰਦਰ ਸੰਮਤ ਬਿਕਰਮੀ ਸੰਮਤ ਰਾਜਾ ਬਿਕਰਮਾ ਦਿੱਤੇ ਹੋਇਆ ਸੀ। ਉਹਨਾਂ ਦੇ ਜਨਮ ਤੋਂ 1 ਤਰੀਕ 1 ਮਹੀਨਾ ਯਾਨੀ ਪਹਿਲੀ ਤਰੀਕ ਪਹਿਲਾ ਮਹੀਨਾ ਤੇ ਪਹਿਲਾ ਹੀ ਸਾਲ ਮੰਨ ਲਿਆ ਗਿਆ। ਧੰਨ ਗੁਰੂ ਨਾਨਕ ਦੇਵ ਜੀ ਦਾ ਸਮਾਂ ਆ ਗਿਆ। ਨਾਨਕ ਸਾਈ ਸੰਮਤ ਚੱਲ ਪਿਆ। ਗੁਰੂ ਨਾਨਕ ਦੇਵ ਜੀ ਦੇ ਅਵਤਾਰ ਨੂੰ ਪਹਿਲੀ ਤਰੀਕ ਪਹਿਲਾ ਮਹੀਨਾ ਪਹਿਲਾ ਦਿਨ ਪਹਿਲਾ ਸਾਲ ਮੰਨ ਲਿਆ। ਫਿਰ ਖਾਲਸਾ ਸੰਮਤ ਖਾਲਸਾ ਪੰਥ ਦੀ ਸਾਜਨਾ ਹੋਈ, ਉਹਨੂੰ ਮੰਨਿਆ ਗਿਆ। 1 ਤਰੀਕ ਯਾਨੀ ਪਹਿਲਾ ਮਹੀਨਾ ਪਹਿਲੇ ਮਹੀਨੇ ਦੀ 1 ਪਹਿਲੀ ਤਰੀਕ ਤੇ ਪਹਿਲਾ ਹੀ ਸਾਲ। ਇਸੇ ਤਰ੍ਹਾਂ ਈਸਾ ਮਸੀਹ ਜੀ ਹੋਏ ਨੇ। ਇਹ ਜਿਹੜਾ ਈਸਵੀ ਸਾਲ ਚੱਲ ਰਿਹਾ, ਜੋ ਅੱਜ 1 ਤਰੀਕ ਹੈ, 1 ਪਹਿਲਾ ਹੀ ਮਹੀਨਾ ਹੈ ਇਸ ਸਾਲ ਦਾ,
ਤੇ ਇਹਨੂੰ 2023 ਸਾਲ ਗੁਜ਼ਰ ਚੁੱਕੇ ਨੇ, ਇਤਨਾ ਸਮਾਂ ਗੁਜ਼ਰ ਚੁੱਕਿਆ ਹੈ। ਉਸ ਦਿਨ ਨੂੰ ਜਿਸ ਦਿਨ ਇਸ ਨੇ ਜਨਮ ਲਿਆ ਸੀ, ਇੱਕ 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 ਮੰਨਿਆ ਗਿਆ। ਤਿੰਨੇ ਏਕੇ ਜਿਹੜੇ ਸਨ ਉਹ ਇਕੱਠੇ ਕਰ ਦਿੱਤੇ ਗਏ। ਹੋਰ ਇਹਦੇ 'ਚ ਨਵਾਂ ਕੁਝ ਵੀ ਨਹੀਂ। ਅਸਲ ਦੇ ਵਿੱਚ ਜੇ ਵੇਖੀਏ ਤੇ ਸਾਡਾ ਨਵਾਂ ਸਾਲ ਹੀ ਜਿਹੜਾ ਉਹ ਨਵੇਂ ਜਨਮ ਦਿਨ ਤੋਂ ਹੁੰਦਾ ਹੈ। ਜਿਸ ਦਿਨ ਅਸੀਂ ਜਨਮ ਲਿਆ ਹੈ ਉਸ ਦਿਨ ਤੋਂ ਸਾਨੂੰ ਨਵਾਂ ਸਾਲ ਲੱਗ ਜਾਂਦਾ ਹੈ। ਮੈਂ ਉਦਾਹਰਨ ਦੇ ਲਈ 20 ਜਨਵਰੀ 2018 ਦੇ ਵਿੱਚ ਮੈਂ ਇੱਥੇ ਆਇਆ ਸੀ। 20 ਜਨਵਰੀ 2023 ਦੇ ਵਿੱਚ ਮੈਨੂੰ ਅੱਗੇ ਨਵਾਂ ਸਾਲ ਸ਼ੁਰੂ ਹੋ ਜਾਣਾ ਹੈ, 6ਵਾਂ ਸਾਲ ਸ਼ੁਰੂ ਹੋ ਜਾਣਾ ਹੈ। 5 ਸਾਲ ਹੋ ਗਏ ਨੇ ਸੇਵਾ ਕਰਦੇ ਨੂੰ, ਤੇ ਮੇਰਾ ਫਰਜ਼ ਇਹ ਹੈ ਕਿ ਪਿਛਲੇ 5-4 ਸਾਲਾਂ 'ਚ ਜੋ ਮੈਂ ਗਲਤੀਆਂ ਕਰਦਾ ਰਿਹਾ ਉਹ ਨਾ ਕਰਾਂ। ਅੱਗੇ 6ਵਾਂ ਸਾਲ ਮੈਨੂੰ ਇੱਕ ਹੋਰ ਮਿਲ ਗਿਆ ਹੈ। ਪਤਾ ਨਹੀਂ ਇਹ ਆਖਰੀ ਵੀ ਹੋ ਸਕਦਾ ਹੈ, ਨਵਾਂ ਵੀ ਹੋ ਸਕਦਾ ਤੇ ਆਖਰੀ ਵੀ ਹੋ ਸਕਦਾ ਹੈ। ਕੋਈ ਕਹਿੰਦਾ ਇੱਥੇ ਸਰੀਆ ਨਹੀਂ ਲੱਗਿਆ ਵੀ ਇਹ ਨਹੀਂ ਪੱਟਿਆ ਜਾਣਾ, ਬਜਟ 'ਚ ਲੱਗ ਗਿਆ, ਇਹਦਾ ਕੋਈ ਕਹਿ ਨਹੀਂ ਸਕਦੇ। ਰਹੋ ਵਿਚਾਰ। ਸੋ ਸਾਨੂੰ ਇਹ ਨਵੇਂ ਸਾਲ ਤੋਂ ਇਹ ਸਿੱਖਿਆ ਲੈਣੀ ਚਾਹੀਦੀ ਹੈ ਕਿ ਅਸੀਂ ਗੁਰੂ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਆਏ ਹਾਂ ਤੇ ਸਾਡੀ ਮੇਨ ਮਕਸਦ ਭਾਵਨਾ, ਪਹਿਲੀ ਅਰਦਾਸ ਗੁਰੂ ਜੀ ਦੇ ਅੱਗੇ ਇਹ ਹੋਣੀ ਚਾਹੀਦੀ ਹੈ, ਸੱਚੇ ਸਤਿਗੁਰੂ ਜੀ ਜੋ ਪਿੱਛੇ ਗਲਤੀਆਂ ਕਰਦੇ ਆਏ ਹਨ ਨਾ, ਕਿਰਪਾ ਕਰ ਉਹ ਗਲਤੀਆਂ ਅਗਲੇ ਸਾਲ ਦੇ ਵਿੱਚ ਆਪਾਂ ਨਾ ਕਰੀਏ। ਸੋ ਆਓ ਸੱਚੇ ਸਤਿਗੁਰ ਤੇ ਪਾਵਨ ਨਾਮ ਦੇ ਨਾਲ ਜੁੜੀਏ ਤੇ ਇਹ ਤੁਕ ਅਸੀਂ ਸਾਰਿਆਂ ਨੇ ਯਾਦ ਰੱਖਣੀ ਹੈ। ਚੇਤ ਗੋਬਿੰਦ ਅਰਾਧੀਏ ਹੋਵੇ ਆਨੰਦ ਕਣਾ। ਗੁਰੂ ਮਹਾਰਾਜ ਜੀ ਇਸ ਤੁਕ ਦੇ ਅੰਦਰ ਦੱਸਦੇ ਨੇ ਨਵਾਂ ਸੰਮਤ ਸ਼ੁਰੂ ਹੋ ਰਿਹਾ ਭਾਈ, ਜੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਆਰਾਧਨਾ ਕਰੇਗਾ ਤੇ ਇਹ ਜਿਹੜਾ ਮਹੀਨਾ ਪਹਿਲਾ ਹੈ ਤੇ ਇਹ ਸਾਲ ਜੋ ਤੇਰੇ ਲਈ ਨਵਾਂ ਅੱਗੇ ਆਇਆ ਹੈ, ਇਹਦੇ ਵਿੱਚ ਕੀਤੀਆਂ ਹੋਈਆਂ ਗਲਤੀਆਂ ਜਿਹੜੀਆਂ ਨੇ ਉਹਨਾਂ ਨੂੰ ਸੁਧਾਰ ਤੇ ਤੈਨੂੰ ਬੜਾ ਆਨੰਦ ਹੋਏਗਾ। ਸੁਧਾਰਨ ਦੇ ਵੀ ਨਾਮ ਦਾ ਆਸਰਾ ਲੈਣਾ ਕਰ। ਆਓ ਸੱਚੇ ਸਤਿਗੁਰ ਦੇ ਚਰਨਾਂ ਦੇ ਨਾਲ ਜੁੜਦੇ ਹੋਏ ਧੰਨ ਗੁਰਬਾਣੀ ਦਾ ਵਿਚਾਰਾ ਕਰੀਏ ਜੀ। ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਮਹੱਲਾ ਪੰਜਵਾ। ਰਤਨ ਜਵੇ ਹਰ ਨਾਮ। ਪਾਵਨ ਸ਼ਬਦ ਰਾਮਕਲੀ ਰਾਗ ਦੇ ਅੰਦਰ ਧੰਨ ਗੁਰੂ ਮਹਾਰਾਜ ਜੀ ਦਾ ਉਚਾਰਨ ਕੀਤਾ ਗਿਆ। ਗੁਰੂ ਅਰਜਨ ਦੇਵ ਜੀ ਬਖਸ਼ਿਸ਼ ਕਰਦੇ ਨੇ। ਰਤਨ ਜਵੇਰ ਇਹ ਬੜੇ ਅਮੋਲਕ ਪਦਾਰਥ ਨੇ, ਪਰ ਇਹ ਅਮੋਲਕ ਹੋਣ ਦੇ ਬਾਵਜੂਦ ਵੀ ਝੂਠੇ ਨੇ, ਕਿਉਂਕਿ ਸਾਡੇ ਜੀਵਨ ਨੂੰ ਇਹ ਜਿੱਥੇ ਸਵਾਰਦੇ ਨੇ ਉੱਥੇ ਇਹਨਾਂ ਦੇ ਨਾਲ ਸਾਡੇ ਜੀਵਨ ਦਾ ਅੰਤ ਵੀ ਹੁੰਦਾ ਹੈ। ਜਿਵੇਂ ਵੇਖੋ, ਕਿਸ਼ਤੀ ਜੇ ਚੱਲੇਗੀ ਤੇ ਪਾਣੀ ਤੇ ਚੱਲੇਗੀ, ਕਿਸ਼ਤੀ ਜੇ ਡੁੱਬੇਗੀ ਤੇ ਪਾਣੀ ਦੇ ਵਿੱਚ ਹੀ ਡੁੱਬੇਗੀ। ਸੁੱਕੀ ਥਾਂ ਤੇ ਨਾ ਕਿਸ਼ਤੀ ਚੱਲਦੀ ਏ ਤੇ ਨਾ ਹੀ ਸੁੱਕੀ ਥਾਂ ਤੇ ਕਿਸ਼ਤੀ ਏ ਜਿਹੜੀ ਇਹ ਡੁੱਬਦੀ ਏ। ਇਸੇ ਤਰ੍ਹਾਂ ਸਾਡਾ ਜੀਵਨ ਹੈ ਜਿਹੜਾ ਜੇ ਚੱਲੇਗਾ ਤੇ ਮਾਇਆ ਨਾਲ ਚੱਲੇਗਾ। ਅਸੀਂ ਜੋ ਵਸਤਰ ਧਾਰਨ ਕੀਤੇ ਨੇ ਇਹ ਵੀ ਮਾਇਆ ਹੈ, ਜੋੜੇ ਪਾਉਂਦੇ ਆ ਇਹ ਵੀ ਮਾਇਆ ਹੈ, ਖਾਂਦੇ ਪੀਂਦੇ ਆ ਇਹ ਵੀ ਮਾਇਆ ਹੈ। ਪੈਸੇ ਤੋਂ ਬਿਨਾਂ ਕੁਝ ਵੀ ਨਹੀਂ ਹੈਗਾ, ਹਰ ਇੱਕ ਚੀਜ਼ ਪੈਸੇ ਨਾਲ ਮਿਲਦੀ ਹੈ। ਜੀਵਨ ਕਾਹਦੇ ਨਾਲ ਚੱਲ ਰਿਹਾ ਹੈ? ਮਾਇਆ ਨਾਲ ਚੱਲ ਰਹੀ ਹੈ। ਤੇ ਜੀਵਨ ਫਿਰ ਡੁੱਬਦਾ ਕਾਹਦੇ ਨਾਲ ਹੈ? ਮਾਇਆ ਦੇ ਨਾਲ ਹੀ ਡੁੱਬਦਾ ਹੈ। ਸੋ ਕਹਿਣ ਤੋਂ ਭਾਵ ਜਿਵੇਂ ਕਿਸ਼ਤੀ ਹੈ ਉਹਦੇ ਵਿੱਚ ਕੋਈ ਵੀ ਛੇਦ ਨਾ ਹੋਵੇ ਤੇ ਉਹ ਪਾਣੀ ਦੇ ਉੱਤੇ ਤਰ ਕੇ ਤੇ ਸਾਡਾ ਜੀਵਨ ਹੈ ਜਿਹੜਾ ਉਹ ਬਚਾ ਕੇ ਅਗਲੇ ਕੰਢੇ ਤੇ ਲੈ ਜਾਂਦੀ ਹੈ। ਇਸੇ ਤਰ੍ਹਾਂ ਮਨੁੱਖਾ ਜੀਵਨ ਦੇ ਵਿੱਚ ਜਿਹੜੀ ਗਲਤ ਤਰੀਕੇ ਦੇ ਨਾਲ ਕਮਾਈ ਹੋਈ ਰੋਜੀ ਰੋਟੀ ਮਾਇਆ ਪੈਸਾ ਹੈ, ਇਹ ਵੀ ਸਾਡੇ ਜੀਵਨ ਦੇ ਵਿੱਚ ਜੀਵਨ ਦੀ ਕਿਸ਼ਤੀ ਦੇ ਅੰਦਰ ਮੋਰੀਆਂ ਕਰ ਦਿੰਦੀ ਹੈ, ਜਿੰਦੇ ਕਰਕੇ ਫਿਰ ਇਹ ਜੀਵਨ ਹੈ ਜਿਹੜਾ ਇਹ ਸਿਰੇ ਤੇ ਨਹੀਂ ਪਹੁੰਚਦਾ, ਮੁਕਤੀ ਦੇ ਦਰ ਤੱਕ ਨਹੀਂ ਪਹੁੰਚ ਸਕਦਾ। ਸੋ ਗੁਰਬਾਣੀ ਦੇ ਅੰਦਰ ਇਹ ਜੋ ਪਦਾਰਥ ਨੇ ਰਤਨ ਜਵੇਹਰ ਲਾਲ ਇਹ ਅਮੋਲਕ ਨੇ, ਇਹਨਾਂ ਦਾ ਜ਼ਿਕਰ ਕਰਕੇ ਇਸ ਨੁਕਤੇ ਦੇ ਨਾਲ ਗੁਰੂ ਮਹਾਰਾਜ ਜੀ ਨੇ ਸਾਨੂੰ ਸਮਝਾਣਾ ਕੀਤਾ ਵੀ ਵੇਖ ਗੁਰਮੁਖ ਪਿਆਰਿਆ, ਜਿਵੇਂ ਸੰਸਾਰ ਦੇ ਵਿਚਰਦਿਆਂ ਹੋਇਆਂ ਇਹ ਅਮੋਲਕ ਚੀਜ਼ਾਂ ਨੇ ਜਿਹੜੀਆਂ ਉਹਨਾਂ ਦੇ ਨਾਲ ਤੇਰਾ ਜੀਵਨ ਹੈ ਜਿਹੜਾ ਬੜਾ ਸੌਖੇ ਤਰੀਕੇ ਦੇ ਨਾਲ ਗੁਜ਼ਰ ਸਕਦਾ ਹੈ। ਉਸੇ ਤਰ੍ਹਾਂ ਪ੍ਰਭੂ ਪਰਮਾਤਮਾ ਦਾ ਨਾਮ ਹੈ ਜਿਹੜਾ ਵਾਹਿਗੁਰੂ ਦਾ ਜਿਹੜਾ ਸਿਮਰਨ ਕਰਨਾ ਹੈ
ਉਹਦੇ ਨਾਲ ਤੈਨੂੰ ਸਦੀਵੀ ਸੁੱਖ ਦੀ ਪ੍ਰਾਪਤੀ ਹੋ ਸਕਦੀ ਏ। ਉਹਦੇ ਨਾਲ ਤੈਨੂੰ ਸਦੀਵੀ ਸੁੱਖ ਦੀ ਪ੍ਰਾਪਤੀ ਹੋਵੇਗੀ। ਨਾਮ ਦੇ ਲੜ ਲੱਗ, ਨਾਮ ਨੂੰ ਜਪਣਾ ਕਰ। ਇਸ ਕਰਕੇ ਫਿਰ ਨਾਮ ਹੈ ਜਿਹੜਾ ਉਹ ਇਹਨਾਂ ਰਤਨ ਜਵੇਹਰ ਆਦਿਕ ਤੋਂ ਜ਼ਿਆਦਾ ਅਮੋਲਕ ਹੋ ਗਿਆ, ਕਿਉਂਕਿ ਜਿਹੜਾ ਅਸਲੀ ਸਕੂਨ, ਅਸਲੀ ਸੁੱਖ ਹੈ ਉਹ ਨਾਮ ਤੋਂ ਪ੍ਰਾਪਤ ਹੁੰਦਾ ਹੈ। ਕਈ ਵਾਰੀ ਸਾਡੇ ਕੋਲ ਮਾਇਆ ਬੜੀ ਹੁੰਦੀ ਏ ਤੇ ਸੁੱਖ ਵੀ ਮਾਇਆ ਦੇ ਨਾਲ ਫਿਰ ਸਾਰੇ ਬਣ ਜਾਂਦੇ ਨੇ। ਸੋਹਣਾ ਕਮਰਾ ਹੈ, ਕਮਰਾ ਜਿਹੜਾ ਏਅਰ ਕੰਡੀਸ਼ਨ ਹੈ, ਜੇ ਗਰਮੀ ਹੁੰਦੀ ਏ ਤੇ ਠੰਡਾ ਕਰ ਦਿੰਦਾ, ਜੇ ਠੰਡੀ ਹੁੰਦੀ ਏ ਤੇ ਗਰਮ ਕਰ ਦਿੰਦਾ, ਗਰਮੈਸ਼ ਹੋ ਜਾਂਦੀ ਏ। ਭਾਵ ਸਾਡੇ ਸਰੀਰ ਦੇ ਵਾਤਾਵਰਨ ਦੇ ਅਨੁਸਾਰ ਕਮਰੇ ਦਾ ਜਿਹੜਾ ਉਹ ਵਾਤਾਵਰਨ ਬਣਿਆ ਹੁੰਦਾ ਹੈ। ਹੁਣ ਵੇਖੋ, ਇਤਨਾ ਸੁੱਖ ਹੁੰਦਿਆਂ ਹੋਇਆਂ ਵੀ, ਇਤਨੀ ਮਾਇਆ ਹੁੰਦਿਆਂ ਹੋਇਆਂ ਵੀ, ਜੇ ਕੋਈ ਮਨੁੱਖ ਬਿਮਾਰ ਹੋਵੇ, ਦੁਖੀ ਹੋਵੇ ਤੇ ਉਹਨੂੰ ਉਹ ਕਮਰਾ ਹੀ ਨਹੀਂ ਚੰਗਾ ਲੱਗਦਾ, ਉਹਨੂੰ ਉੱਥੇ ਵੀ ਨੀਂਦ ਨਹੀਂ ਆਉਂਦੀ। ਜੇ ਨਾਮ ਜਪਿਆ ਹੋਵੇ, ਸਿਮਰਨ ਕੀਤਾ ਹੋਵੇ ਤੇ ਫਿਰ ਹੀ ਇਸ ਮਾਇਕੀ ਪਦਾਰਥ ਨੇ ਜਿਹੜੇ ਇਹਨਾਂ ਦੇ ਸੁੱਖ ਪ੍ਰਾਪਤ ਹੁੰਦੇ ਨੇ। ਤਾਂ ਕਰਕੇ ਇਹਨਾਂ ਸਾਰਿਆਂ ਤੋਂ ਅਮੋਲਕ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੈ ਜੋ ਸਾਨੂੰ ਸਦੀਵੀ ਸੁੱਖ ਦੇਣ ਵਾਲਾ ਹੈ ਜੀ। ਸਤ ਸੰਤੋਖ ਗਿਆਨ। ਧੰਨ ਗੁਰਬਾਣੀ ਦੇ ਅੰਦਰ ਜਿੱਥੇ ਸਾਨੂੰ 5 ਵਿਕਾਰ ਦੱਸੇ ਨੇ, 5 ਬੁਰਾਈਆਂ ਦੱਸੀਆਂ ਨੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ 5 ਬੁਰਾਈਆਂ ਨੇ, 5 ਵਿਕਾਰ ਨੇ। ਉੱਥੇ ਗੁਰੂ ਮਹਾਰਾਜ ਜੀ ਨੇ 5 ਦੈਵੀ ਗੁਣ ਵੀ ਦਿੱਤੇ ਨੇ, ਜਿਨ੍ਹਾਂ ਦੇ ਨਾਲ ਸਾਡੇ ਅੰਦਰ ਦੈਵੀ ਸੰਪਤਾ ਪ੍ਰਾਪਤ ਹੁੰਦੀ ਏ। ਇਹਨਾਂ ਦੇ ਨਾਮ ਨੇ ਸਤ, ਸੰਤੋਖ, ਦਇਆ, ਧਰਮ ਤੇ ਧੀਰਜ। ਇਹ 5 ਨੇ ਜਿਹੜੇ ਇਹ ਮਨੁੱਖ ਦੇ ਅੰਦਰ ਗੁਣ ਹੋਣੇ ਚਾਹੀਦੇ ਨੇ। ਹੁਣ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਜਦੋਂ ਤੈਨੂੰ ਪ੍ਰਭੂ ਪਰਮਾਤਮਾ ਦੇ ਨਾਮ ਦੀ ਪ੍ਰਾਪਤੀ ਹੋ ਜਾਏਗੀ, ਤੇਰੇ ਅੰਦਰ ਇਹ ਖਿਆਲ ਬਣ ਜਾਏਗਾ ਕਿ ਸਦੀਵੀ ਸੁੱਖ ਜੇ ਦੇਣ ਵਾਲਾ ਉਸ ਪਰਮਾਤਮਾ ਦਾ ਨਾਮ ਹੈ, ਤੇ ਫਿਰ ਮਨੁੱਖ ਜਿਹੜਾ ਇਹ ਸੱਚ ਦੇ ਵਿੱਚ ਰਹਿਣ ਲੱਗ ਜਾਂਦਾ ਹੈ, ਸੱਤ ਵਾਲਾ ਹੋ ਜਾਂਦਾ ਹੈ। ਸੰਤੋਖ, ਜੇ ਸੱਤ ਹੈ ਤਾਂ ਸੰਤੋਖ ਬਣਿਆ ਰਹੇਗਾ, ਜੇ ਸੰਤੋਖ ਹੈ ਤਾਂ ਸੱਤ ਬਣਿਆ ਰਹੇਗਾ। ਇਹਨਾਂ ਦੋਵਾਂ ਦਾ ਆਪਸੀ ਬੜਾ ਮੇਲ ਹੈ। ਜਿਵੇਂ ਕੋਈ ਗੱਡੀ ਹੈ 2 ਟਾਇਰਾਂ ਵਾਲੀ ਹੈ ਤੇ ਉਹ 2 ਟਾਇਰਾਂ ਤੋਂ ਬਿਨਾਂ ਉਹ ਗੱਡਾ ਨਹੀਂ ਰਿੜਦਾ, ਉਸੇ ਤਰ੍ਹਾਂ ਇਹ ਵੀ ਮਨੁੱਖ ਦੀ ਜ਼ਿੰਦਗੀ ਦੇ 2 ਟਾਇਰ ਨੇ। ਜੇ ਮਨੁੱਖ ਸੰਤੋਖੀ ਹੋਵੇਗਾ ਤੇ ਉਹ ਸੱਤ ਬੋਲੇਗਾ, ਨਹੀਂ ਤਾਂ ਝੂਠ ਬੋਲੇਗਾ, ਝੂਠ ਬੋਲੇਗਾ ਤੇ ਲਾਲਚ ਕਰੇਗਾ, ਲਾਲਚ ਕਰੇਗਾ ਤੇ ਫਿਰ ਸੰਤੋਖ ਨਹੀਂ ਹੋਵੇਗਾ। ਜੇ ਸੱਤ ਬੋਲੇਗਾ ਤੇ ਫਿਰ ਉਹਦੇ ਅੰਦਰ ਲਾਲਚ ਨਹੀਂ ਆਏਗਾ, ਜੇ ਸੱਤ ਬੋਲੇਗਾ ਤੇ ਫਿਰ ਸੰਤੋਖ ਦੇ ਵਿੱਚ ਰਹੇਗਾ ਗਿਆਨ। ਇਹ ਗੁਰੂ ਮਹਾਰਾਜ ਜੀ ਦੇ ਦਰ ਤੋਂ ਅਸੀਂ ਅੱਜ ਗਿਆਨ ਦੀ ਦਾਤ ਲੈ ਕੇ ਜਾਣੀ ਹੈ ਕਿ ਇਹ ਸੱਚੇ ਸਤਿਗੁਰ ਆਪ ਜੀ ਦਾ ਜੋ ਨਾਮ ਹੈ ਬੜਾ ਅਮੋਲਕ ਹੈ, ਬੜਾ ਮਹਾਨ ਹੈ। ਇਸ ਨਾਮ ਦੀ ਬਦੌਲਤ ਸਾਡੇ ਅੰਦਰ ਦੇਵੀ ਗੁਣ ਆਉਂਦੇ ਨੇ, ਅਸੀਂ ਸੱਤ ਦੇ ਧਾਰਨੀ ਹੁੰਨੇ ਆ, ਸੰਤੋਖ ਦਾ ਸਾਡਾ ਜੀਵਨ ਹੁੰਦਾ ਹੈ। ਇਹ ਸੰਤੋਖ ਕੀ ਹੈ ਇਹ ਵੀ ਥੋੜਾ ਸਮਝ ਲਈਏ। ਸੱਤ ਤੇ ਹੋ ਗਿਆ ਧਰਮ ਦੀ ਕਮਾਈ ਕਰਨੀ, ਇਹ ਸੱਤ ਹੈ। ਕਦੇ ਵੀ ਲਾਲਚਵਸ ਹੋ ਕੇ ਝੂਠ ਨਹੀਂ ਬੋਲਣਾ, ਇਹ ਵੀ ਸੱਤ ਹੈ। ਆਪਣਾ ਮਤਲਬ ਕੱਢਣ ਦੇ ਲਈ ਕਦੇ ਵੀ ਝੂਠ ਨਹੀਂ ਬੋਲਣਾ, ਇਹ ਵੀ ਸੱਤ ਹੈ। ਇਸ ਧਰਮ ਦੀ ਕਮਾਈ ਤੇ ਜੀਵਨ ਦੇ ਵਿੱਚ ਕਿਸੇ ਵੀ ਕਾਰਨ ਨੂੰ ਲੈ ਕੇ ਜਿੰਦੇ ਵਿੱਚ ਸਾਡਾ ਆਪਣਾ ਕੋਈ ਨਾ ਕੋਈ ਮਕਸਦ ਹੋਵੇ, ਝੂਠ ਨਾ ਬੋਲਣਾ, ਉਹ ਮਨੁੱਖ ਸੱਤ ਦਾ ਧਾਰਨੀ ਹੈ। ਸੰਤੋਖ, ਸਾਨੂੰ ਸਾਰਿਆਂ ਨੂੰ ਕੁਝ ਨਾ ਕੁਝ ਚਾਹੀਦਾ ਹੈ ਜੀਵਨ ਦੇ ਵਿੱਚ। ਜਿਵੇਂ ਵੇਖੋ ਹੁਣ ਸਿਆਲ ਆ ਗਿਆ, ਸਿਆਲ ਦੇ ਵਿੱਚ ਸਾਨੂੰ ਕੰਬਲ, ਖੇਸ, ਹੋਰ ਅਨੇਕ ਪ੍ਰਕਾਰ ਦੇ ਗਰਮ ਕੱਪੜੇ ਜਿਹੜੇ ਨੇ ਇਹ ਪੈਰ ਤੋਂ ਲੈ ਕੇ ਸਿਰ ਤੱਕ ਸਾਰੇ ਚਾਹੀਦੇ ਨੇ। ਇੱਕ ਗੁਰਸਿੱਖ ਹੈ, ਉਹਦੇ ਕੋਲ 2-3 ਅੱਗੇ ਹੈਗੇ ਨੇ, ਉਹਨੂੰ ਇੱਕ ਹੋਰ ਮਿਲ ਗਿਆ। ਜੇ ਉਹ ਸੰਤੋਖ ਦੇ ਵਿੱਚ ਤੇ ਕਹਿ ਦੇਗਾ ਭਾਈ ਮੇਰੇ ਕੋਲ ਤਾਂ 2-3 ਹੈਗੇ ਨੇ, ਤੇ ਨਾਲ ਦੇ ਦਾ ਨਾਂ ਲੈ ਦੇਗਾ ਵੀ ਇਹਦੇ ਕੋਲ ਇੱਕ ਵੀ ਨਹੀਂ ਹੈਗਾ, ਇਸ ਤਰ੍ਹਾਂ ਕਰੋ, ਇਹਨੂੰ ਦੇਣਾ ਕਰੋ। ਅਸਲ ਵਿੱਚ ਜੇ ਵੇਖੀਏ ਨਾ, ਧੰਨ ਗੁਰੂ ਨਾਨਕ ਦੇਵ ਜੀ ਦਾ ਜੋ ਇਹ ਸਿੱਖੀ ਦਾ ਸਿਧਾਂਤ, ਇਹਦੇ 3 ਪਿੱਲਰ ਖੜੇ ਕੀਤੇ ਸਨ। ਗੁਰੂ ਨਾਨਕ ਦੇਵ ਜੀ ਨੇ 3 ਸਿਧਾਂਤ ਬਣਾਏ ਨੇ, ਉਹਨਾਂ ਦੇ ਨਾਮ ਰੱਖੇ ਨੇ ਕੀਰਤਕਾਰ। ਆਪ ਜਿੱਥੇ ਵੀ ਲਿਖਿਆ ਪੜੋਗੇ ਨਾ, ਸਭ ਤੋਂ ਪਹਿਲਾਂ ਕਿਰਤ ਲਿਖੀ ਹੋਏਗੀ। ਕਿਰਤ ਕਰ, ਨਾਮ ਜਪ ਤੇ ਵੰਡ ਕੇ ਛਕ। ਇਹ 3 ਸਿਧਾਂਤ ਗੁਰੂ ਨਾਨਕ ਦੇਵ ਜੀ ਦੇ ਚਲਾਏ ਹੋਏ ਨੇ। ਜਿਹੜਾ ਮਨੁੱਖ ਆਪਣੇ ਹੱਥੀਂ ਕੰਮ ਨਹੀਂ ਕਰਦਾ, ਉਹ ਫਿਰ ਸਮਾਜ ਦੇ ਉੱਤੇ ਬੋਝ ਹੁੰਦਾ ਹੈ। ਇਸ ਵਾਸਤੇ ਗੁਰੂ ਮਹਾਰਾਜ ਜੀ ਕਹਿੰਦੇ ਨੇ, ਮੇਰਾ ਕੋਈ ਵੀ ਗੁਰਸਿੱਖ ਹੈ ਨਾ ਜਿਹੜਾ, ਉਹ ਮੰਗਤਾ ਨਹੀਂ ਹੈਗਾ, ਕਿਸੇ ਤੋਂ ਮੰਗ ਕੇ ਲੈਣ ਵਾਲਾ ਨਹੀਂ। ਆਪਣੀ 10 ਨੋਆਂ ਦੀ ਧਰਮ ਦੀ ਕਮਾਈ ਆਪਣੀ ਕਿਰਤ ਕਰਕੇ ਤੇ ਆਪਣੀ ਤੇ ਆਪਣੇ ਬੱਚਿਆਂ ਦੀ ਜਿਹੜੀ ਉਪਜੀਵਕਾ
ਹੈ ਨਾ, ਇਹਨੂੰ ਅੱਗੇ ਤੋਂ ਅੱਗੇ ਤੋਰਦਾ ਹੈ। ਤੇ ਫਿਰ ਗੁਰੂ ਨਾਨਕ ਦੇਵ ਜੀ ਨੇ ਨਾਲ ਸਾਨੂੰ ਇਹ ਦੱਸਿਆ, ਵੇਖੀ ਕਿਤੇ ਇਕੱਲਾ ਕੀਰਤੀ ਬਣ ਕੇ ਨਾ ਰਹਿ ਜੀ, ਕਿਉਂਕਿ ਕੀਰਤ ਦੇ ਨਾਲ, ਧਰਮ ਦੀ ਕਮਾਈ ਕਰਨ ਦੇ ਨਾਲ ਇਹ ਜੀਵਨ ਹੈ ਜਿਹੜਾ ਇਹ ਸੌਖਾ ਹੋ ਸਕਦਾ ਹੈ। ਪਰ ਸਦੀਵੀ ਸੁੱਖ ਹੈ ਜਿਹੜਾ ਨਾਮ ਜਪ, ਕੀਰਤ ਦੇ ਨਾਲ ਨਾਮ ਵੀ ਜਪਣਾ ਹੈ, ਕੱਲੀ ਕੀਰਤ ਨਹੀਂ ਕਰਨੀ। ਜਿੱਥੇ ਤੈਨੂੰ ਫਿਕਰ ਹੈ ਨਾ ਵੀ ਮੇਰੇ ਬੱਚੇ ਭੁੱਖੇ ਨਾ ਰਹਿਣ, ਇਹਨਾਂ ਨੂੰ ਸਾਰੀਆਂ ਲੋੜਾਂ ਜਿਹੜੀਆਂ ਨੇ ਉਹ ਪੂਰੀਆਂ ਕਰਕੇ ਮੈਂ ਦੇਣਾ ਕਰਾਂ, ਉੱਥੇ ਤੈਨੂੰ ਇਹ ਵੀ ਫਿਕਰ ਹੋਣਾ ਚਾਹੀਦਾ ਹੈ ਜਿਸ ਪਰਮਾਤਮਾ ਨੇ ਮੈਨੂੰ ਇਸ ਦੁਨੀਆ ਦੇ ਅੰਦਰ ਭੇਜਿਆ, ਮੈਂ ਉਸ ਦਾ ਸਿਮਰਨ ਵੀ ਕਰਨਾ ਹੈ, ਮੈਂ ਉਸ ਦਾ ਨਾਮ ਵੀ ਕਰਨਾ ਹੈ। ਇਸ ਦੇ ਦੋ ਫਾਇਦੇ ਹੋ ਜਾਂਦੇ ਨੇ। ਇੱਕ ਤਾਂ ਸਾਡੀ ਕਮਾਈ ਦੇ ਵਿੱਚ ਬਰਕਤ ਪੈ ਜਾਂਦੀ ਹੈ, ਸਾਡੀ ਕਮਾਈ ਹੈ ਜਿਹੜੀ ਇਹ ਨਾਮ ਜਪਣ ਦੇ ਨਾਲ, ਸਿਮਰਨ ਕਰਨ ਦੇ ਨਾਲ ਇਹਦੇ 'ਚ ਵਾਧਾ ਹੁੰਦਾ ਹੈ, ਬਰਕਤ ਪੈਂਦੀ ਹੈ। ਤੇ ਦੂਸਰਾ ਇਸ ਦਾ ਸੁੱਖ ਹੈ ਜਦੋਂ ਮਨੁੱਖ ਕਿਤੇ ਡਾਵਾਂਡੋਲ ਹੋਣ ਲੱਗ ਜਾਂਦਾ ਹੈ, ਨਾਮ ਆਸਰਾ ਦੇ ਦਿੰਦਾ ਹੈ, ਹੇ ਸੱਚੇ ਸਤਿਗੁਰ ਤੇਰਾ ਨਾਮ ਜਪਦੇ ਆ, ਕਿਰਪਾ ਕਰ ਡੋਲਣ ਨਾ ਦੇ। ਆਪਣੇ ਧਰਮ ਤੇ ਮਨੁੱਖ ਅਡੋਲ ਰਹਿ ਹੀ ਨਾਮ ਦੇ ਨਾਲ ਸਕਦਾ। ਜੇ ਨਾਮ ਦੀ ਕਮਾਈ ਨਹੀਂ ਤੇ ਉਹਦਾ ਧਰਮ ਹੈ ਜਿਹੜਾ ਉਹ ਵੀ ਨਹੀਂ। ਨਾਮ ਦੀ ਕਮਾਈ ਦੇ ਨਾਲ ਆਪਣੇ ਧਰਮ ਤੇ ਮਨੁੱਖ ਅਡੋਲ ਰਹਿੰਦਾ ਹੈ, ਅੱਗਾ ਜਿਹੜਾ ਉਹ ਵੀ ਨਾਮ ਦੀ ਕਮਾਈ ਦੇ ਨਾਲ ਹੀ ਸੰਵਰਦਾ ਹੈ। ਸੋ ਗੁਰੂ ਮਹਾਰਾਜ ਜੀ ਨੇ ਸਾਨੂੰ ਕਿਰਪਾ ਕੀਤੀ ਹੈ, ਦੱਸਿਆ ਗੁਰਮੁਖਾ ਕੀਰਤ ਕਰ ਤੇ ਨਾਮ ਜਪ। ਤੀਸਰਾ ਹੈ ਵੰਡ ਕੇ ਛਕ। ਵੰਡ ਕੇ ਛਕ ਦਾ ਅਰਥ ਹੀ ਸੰਤੋਖ ਹੈ। ਜੇ ਇੱਕ ਕੋਲੇ 4 ਫੁਲਕੇ ਨੇ ਤੇ ਨਾਲ ਦਾ ਭੁੱਖਾ ਬੈਠਾ ਹੈ ਤੇ ਫਿਰ ਉਹ ਨਾਲ ਦਾ ਜਿਹੜਾ ਹੈ ਉਹਨੂੰ ਅਸੀਂ ਪੁੱਛਿਆ ਵੀ ਨਹੀਂ, ਆਪ ਹੀ 4 ਛਕ ਗਏ ਆ ਤੇ ਡਕਾਰ ਮਾਰ ਦਿੱਤਾ, ਤੇ ਫਿਰ ਇਹ ਸੰਤੋਖ ਥੋੜੀ ਹੈ। ਸੰਤੋਖ ਦਾ ਮਤਲਬ ਇਹ ਕਿ ਵੰਡ ਕੇ ਛਕ। ਪਹਿਲੂ ਪੁੱਛ ਭਾਈ ਤੂੰ ਛਕਣਾ ਪ੍ਰਸ਼ਾਦਾ। ਇੱਕ ਨਿੱਕੀ ਜੀ ਗੱਲ ਤਾਂ ਸਾਹਮਣੇ ਆ ਗਈ ਹੈ। ਮੰਨੂ ਦੀ ਕੈਦ ਦੇ ਵਿੱਚ ਇੱਕ ਪਰਿਵਾਰ ਦੇ 3 ਜੀ ਸਨ, ਦਾਦਾ, ਪੁੱਤਰ ਤੇ ਪੋਤਰਾ। ਇਹ 3 ਜੀ ਇੱਕ ਪਰਿਵਾਰ ਦੇ ਸਨ ਮੰਨੂ ਦੀ ਕੈਦ ਦੇ ਵਿੱਚ, ਤੇ ਇਹਨਾਂ ਨੂੰ 7 ਦਿਨ ਤੱਕ ਕੁਝ ਵੀ ਖਾਣ ਨੂੰ ਨਹੀਂ ਸੀ ਦਿੱਤਾ ਗਿਆ। ਤਿੰਨਾਂ ਨੂੰ ਮੰਨੂ ਨੇ ਆਖਿਆ ਇਹਨਾਂ ਨੂੰ ਇੱਕ ਰੋਟੀ ਦਾ ਟੁਕੜਾ ਹੈ ਨਾ ਜਿਹੜਾ ਉਹ ਸੱਟ ਦਿਓ। ਜਦੋਂ ਰੋਟੀ ਦਾ ਟੁਕੜਾ ਸੱਟਿਆ ਗਿਆ ਤੇ ਇਹ ਟੁਕੜਾ ਜਿਹੜਾ ਸੀ ਉੱਥੇ ਹੀ ਪਿਆ ਰਿਹਾ, ਕਿਸੇ ਨੇ ਭੱਜ ਕੇ ਨਹੀਂ ਚੱਕਿਆ। ਮੰਨੂ ਦੇ ਅੰਦਰ ਖਿਆਲ ਇਹ ਸੀ ਵੀ ਜਿਵੇਂ ਕੁੱਤੇ ਨੂੰ ਰੋਟੀ ਦਿਸਦੀ ਹੈ ਨਾ ਤੇ ਉਹ ਕੁੱਤਾ ਭੱਜ ਕੇ ਰੋਟੀ ਨੂੰ ਪੈਂਦਾ ਭੁੱਖਾ ਹੋਇਆ, ਉਵੇਂ ਇਹ ਤਿੰਨੇ ਝਪਟ ਕੇ ਪੈਣਗੇ ਤੇ ਆਪਸ ਵਿੱਚ ਹੀ ਲੜ ਕੇ ਮਰ ਜਾਣਗੇ, ਦਾਦਾ, ਪੋਤਾ ਤੇ ਪੁੱਤਰ। ਪਰ ਇਸ ਤਰ੍ਹਾਂ ਹੋਇਆ ਨਹੀਂ ਹੈਗਾ। ਮੰਨੂ ਵੇਖ ਕੇ, ਸਿਪਾਹੀ ਵੇਖ ਕੇ ਬੜੇ ਹੈਰਾਨ ਹੋ ਗਏ ਵੀ 7 ਦਿਨਾਂ ਦੇ ਭੁੱਖਿਆਂ ਨੂੰ ਇੱਕ ਟੁਕੜਾ ਮਿਲਿਆ ਤੇ ਇਹਨਾਂ ਨੇ ਹੱਥ ਤੱਕ ਵੀ ਨਹੀਂ ਲਾਇਆ। ਉਹਨਾਂ ਨੂੰ ਫਿਰ ਆਖਿਆ ਗਿਆ ਤੁਹਾਡੇ ਵਾਸਤੇ ਤੁਸੀਂ ਛਕ ਲਓ। ਤੇ ਦਾਦਾ ਕੀ ਕਹਿੰਦਾ ਹੈ? ਕਹਿੰਦਾ ਪੁੱਤਰ ਤੂੰ ਛਕ ਲਾ, ਮੇਰੀਆਂ ਤੇ ਵੈਸੇ ਵੀ ਸਿਵਿਆਂ 'ਚ ਲੱਤਾਂ ਨੇ, ਮੈਂ ਹੋਰ ਜੀ ਕੇ ਕੀ ਕਰਾਂਗਾ, ਤੇ ਮੈਨੂੰ ਭੁੱਖ ਦੇ ਨਾਲ ਯੁੱਧ ਕਰਕੇ ਤੇ ਸ਼ਹੀਦ ਹੋ ਜਾਂਦੇ, ਤੂੰ ਛਕ ਲਾ। ਇਸ ਪੁੱਤਰ ਨੇ ਅੱਗੇ ਆਪਣੇ ਪੁੱਤਰ ਨੂੰ ਦੇ ਦਿੱਤਾ, ਕਹਿੰਦਾ ਬੱਚਾ ਮੈਂ ਜਵਾਨ ਆ ਤੇ ਮੇਰੀ ਚਰਬੀ ਜਿਹੜੀ ਉਹ ਸਰੀਰ ਖਾ ਕੇ ਕੁਝ ਸਮਾਂ ਹੋਰ ਰਹਿ ਸਕਦਾ, ਤੂੰ ਛਕ ਲਾ, ਤੇਰਾ ਅਜੇ ਬਚਪਨ ਹੈ। ਤੇ ਬੱਚੇ ਨੇ ਪਤਾ ਕੀ ਜਵਾਬ ਦਿੱਤਾ ਹੈ? ਬੱਚੇ ਨੇ ਆਖਿਆ ਪਿਤਾ ਜੀ, ਦਾਦਾ ਜੀ, ਵੱਡੇ ਭੁੱਖੇ ਬੈਠੇ ਹੋਣ ਤੇ ਛੋਟੇ ਰੱਜ ਕੇ ਖਾਣ, ਇਹ ਗੱਲ ਸੋਭਦੀ ਨਹੀਂ। ਹੋ ਸਕਦਾ ਉਸ ਵਕਤ ਮੰਨੂ ਦੀਆਂ ਅੱਖਾਂ ਦੇ ਵਿੱਚੋਂ ਵੀ ਹੰਝੂ ਡਿੱਗ ਪਏ ਹੋਣ ਸਿੱਖਾਂ ਦਾ ਇਹ ਸਬਰ ਵੇਖ ਕੇ। ਸੋ ਇਸ ਤਰ੍ਹਾਂ ਦਾ ਜਿਹੜਾ ਸੰਤੋਖ ਹੈ ਇਹ ਧੰਨ ਗੁਰਬਾਣੀ ਸਾਨੂੰ ਦੱਸਦੀ ਹੈ। ਤੇ ਸੰਤੋਖ ਦੀ ਅਵਸਥਾ ਤਾਂ ਹੀ ਬਣਦੀ ਜੇ ਅਸੀਂ ਸਤ ਨਾਲ ਜੁੜਦੇ ਹਾਂ। ਸਤ ਦੇ ਨਾਲ ਜੁੜਿਆ ਰਹਿਣ ਦੇ ਲਈ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ ਰਤਨ ਜਵੇਹਰ ਨਾਮ। ਰਤਨ ਜਵੇਹਰ ਨੂੰ ਪਿੱਛੇ ਛੱਡ ਕੇ ਉਸ ਪ੍ਰਭੂ ਪਰਮਾਤਮਾ ਦਾ ਨਾਮ ਜਪ, ਗਿਆਨ, ਇਹਦੇ ਨਾਲ ਗੁਰੂ ਸਵਾਰਿਆ ਤੇਰੇ ਅੰਦਰ ਸਤ ਤੇ ਸੰਤੋਖ ਦੇ ਵਿੱਚ ਰਹਿਣ ਦਾ ਗਿਆਨ ਪ੍ਰਾਪਤ ਹੋ ਜਾਵੇਗਾ ਜੀ। ਸੁਖ ਸਹਜ ਦਇਆ ਕਾ ਪੋਤਾ। ਸੁਖ ਨੂੰ ਆਖਿਆ ਜਾਂਦਾ। ਸਹਿਜ ਇੱਕ ਅਵਸਥਾ ਦਾ ਨਾਮ ਹੈ। ਜਦੋਂ ਗੁਰੂ ਸਵਾਰਾ ਸਹਿਜ ਦੀ ਅਵਸਥਾ ਵਿੱਚ ਰਹਿੰਦਾ ਹੈ ਤੇ ਫਿਰ ਉਹਦੇ ਅੰਦਰ ਕੋਈ ਵੀ ਦੁੱਖ ਹੈ ਜਿਹੜਾ ਉਹ ਨਹੀਂ ਹੁੰਦਾ। ਸਹਿਜ ਦਾ ਅਰਥ ਉਹ ਅਵਸਥਾ ਹੈ ਜਿੱਥੇ ਨਾ ਦੁੱਖ ਤੇ ਨਾ ਸੁੱਖ,
ਇੱਕ ਰਸ, ਇੱਕ ਨਿਰੰਤਰ ਅੰਦਰ ਦਾ ਜਿਹੜਾ ਹਾਲ ਹੈ ਉਹ ਬਣਿਆ ਰਵੇ। ਸੁਖ ਸਹਿਜ, ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਇਹ ਸਹਿਜ ਅਵਸਥਾ ਦਾ ਸੁਖ ਹੈ। ਦਇਆ ਕਾ ਪੋਤਾ, ਪੋਤਾ ਦਾ ਅਰਥ ਹੁੰਦਾ ਜਹਾਜ਼। ਜੇ ਵੇਖੀਏ ਨਾ, ਧਰਮ ਦੀ ਜਿਹੜੀ ਉਤਪਤੀ ਹੈ ਇਹ ਹੋਈ ਦਇਆ ਤੋਂ ਹੈ। ਧੌਲ ਧਰਮ ਦਇਆ ਕਾ ਪੂਤ, ਆਪ ਹਰ ਰੋਜ਼ ਪੜ੍ਹਦੇ ਹੋ ਜਪਜੀ ਸਾਹਿਬ ਦੀ ਬਾਣੀ। ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਧੌਲ ਧਰਮ ਦਇਆ ਕਾ ਪੂਤ। ਹਿੰਦੂ ਮਤ ਦੇ ਵਿੱਚ ਇਹ ਮੰਨਿਆ ਜਾਂਦਾ ਸੀ ਕਿ ਸਾਡੀ ਧਰਤੀ ਨੂੰ ਨਾ ਇੱਕ ਸਿੰਘ ਦੇ ਉੱਤੇ ਬਲਦ ਨੇ ਚੁੱਕਿਆ ਹੋਇਆ ਹੈ, ਤੇ ਗੁਰੂ ਮਹਾਰਾਜ ਜੀ ਨੇ ਇਹਦਾ ਖੰਡਨ ਕੀਤਾ ਵੀ ਇਸ ਤਰ੍ਹਾਂ ਨਹੀਂ ਹੋ ਸਕਦਾ। ਚਲੋ ਜੇ ਧਰਤੀ ਨੂੰ ਇੱਕ ਬਲਦ ਨੇ ਚੱਕਿਆ ਸਿੰਘ ਤੇ ਅਸੀਂ ਮੰਨ ਲੈਂਦੇ ਆ, ਪਰ ਫਿਰ ਉਹ ਬਲਦ ਕਿੰਦੇ ਤੇ ਖੜਾ ਹੈ? ਜੇ ਉਹ ਬਲਦ ਨੂੰ ਆਸਰਾ ਅੱਗੇ ਹੋਰ ਚਾਹੀਦਾ ਹੈ, ਧਰਤੀ ਚਾਹੀਦੀ ਹੈ, ਤੇ ਫਿਰ ਉਦੋਂ ਅੱਗੇ ਜਿਹੜੀ ਧਰਤੀ ਹੈ ਉਹ ਕਿੰਦੇ ਆਸਰੇ ਤੇ ਖੜੇਗੀ? ਇਸ ਤਰ੍ਹਾਂ ਤਾਂ ਫਿਰ ਇਹ ਗੱਲ ਜੀ ਜਿਹੜੀ ਹੈ ਨਾ ਮੰਨਣ ਦੇ ਵਿੱਚ ਨਹੀਂ ਆਉਂਦੀ। ਕੋਈ ਤਾਂ ਇਸ ਤਰ੍ਹਾਂ ਦੀ ਚੀਜ਼ ਹੋਏਗੀ ਜਿਹਨੂੰ ਪਰਮਾਤਮਾ ਦੇ ਆਸਰੇ ਦੇ ਨਾਲ ਖੜਨਾ ਪਏਗਾ, ਤੇ ਫਿਰ ਉਹ ਧਰਤ ਹੋਈ ਹੈ ਜਿਹੜੀ ਪਰਮਾਤਮਾ ਦੇ ਆਸਰੇ ਦੇ ਨਾਲ ਖੜੀ ਹੋਈ ਹੈ। ਧੌਲ ਧਰਮ, ਗੁਰੂ ਜੀ ਰਹਿਮਤ ਕਰਦੇ ਨੇ, ਜਿਹੜਾ ਧਰਮ ਹੈ ਨਾ ਦਇਆ ਕਾ ਪੂਤ, ਇਹ ਦਇਆ ਦਾ ਪੁੱਤਰ ਹੈ। ਤੇ ਦਇਆ ਦਾ ਪੁੱਤਰ ਧਰਮ ਤਾਂ ਹੀ ਹੈ ਜੇ ਮਨੁੱਖ ਦੇ ਅੰਦਰ ਦਇਆ ਰੂਪੀ ਮਾਂ ਹੈਗੀ। ਜੇ ਸਾਡੇ ਅੰਦਰ ਦਇਆ ਹੀ ਨਹੀਂ ਹੈਗੀ ਤੇ ਫਿਰ ਸਾਡੇ ਅੰਦਰ ਧਰਮ ਵੀ ਨਹੀਂ ਹੈਗਾ। ਸੁਖ ਸਹਿਜ, ਜਿਹੜੀ ਸਹਿਜ ਅਵਸਥਾ ਦਾ ਸੁਖ ਮਾਨਣਾ ਹੈ, ਦਇਆ ਕਾ ਪੋਤਾ। ਤੇ ਇਹ ਜੋ ਦਇਆ ਹੈ ਨਾ, ਦਇਆ ਕਾ ਪੋਤਾ, ਪੋਤਾ ਦਾ ਅਰਥ ਪੁੱਤਰ ਵੀ, ਦਇਆ ਦਾ ਪੁੱਤਰ ਧਰਮ ਹੈ। ਇਹ ਧਰਮ ਦੇ ਵਿੱਚ ਰਿਹਾ ਹੀ ਜਿਹੜੀ ਸਹਿਜ ਅਵਸਥਾ ਦਾ ਸੁਖ ਹੈ ਉਹ ਪ੍ਰਾਪਤ ਹੁੰਦਾ ਹੈ। ਤੇ ਦੂਜਾ ਇਹਦਾ ਅਰਥ ਮਹਾਂਪੁਰਸ਼ੇ ਵੀ ਕਰਿਆ ਕਰਦੇ ਸਨ, ਦਇਆ ਕਾ ਪੋਤਾ। ਜੋ ਦਇਆ ਦਾ ਜਹਾਜ਼ ਹੈ ਨਾ ਧਰਮ, ਇਹ ਧਰਮ ਦੇ ਜਹਾਜ਼ ਦੇ ਉੱਤੇ ਸਹਿਜ ਅਵਸਥਾ ਦੇ ਸੁਖ ਨੂੰ ਮਾਨਣ ਵਾਲੇ ਗੁਰੂ ਸਵਾਰੇ ਗੁਰੂ ਮਾਰਗ ਤੇ ਉਹ ਤੁਰਦੇ ਨੇ, ਜਿਨ੍ਹਾਂ ਦੇ ਅੰਦਰ ਸਤ ਸੰਤੋਖ ਗਿਆਨ, ਨਾਮ ਜਪਦਿਆਂ ਹੋਇਆਂ ਸੱਚੇ ਸਤਿਗੁਰ ਦਾ ਜੋ ਗਿਆਨ ਹੈ, ਸਤ ਤੇ ਸੰਤੋਖ ਦੇ ਵਿੱਚ ਰਹਿਣ ਵਾਲਾ, ਉਹ ਪ੍ਰਾਪਤ ਹੋ ਜਾਂਦਾ ਹੈ ਜੀ। ਹਰ ਭਗਤਾ ਹਵਾਲੇ ਹੋਤਾ। ਹੁਣ ਇਹ ਜਿਹੜਾ ਹੈ ਨਾ ਹਵਾਲੇ ਕਹਿੰਦੇ, ਹਵਾਲੇ ਦਾ ਅਰਥ ਹੁੰਦਾ ਹੱਥ ਦੇ ਵਿੱਚ। ਹਵਾਲੇ ਦਾ ਅਰਥ ਹੈ ਹੱਥ ਦੇ ਵਿੱਚ। ਜਿਵੇਂ ਪਰਿਵਾਰ ਦਾ ਮੁਖੀ ਹੁੰਦਾ ਹੈ ਨਾ, ਉਹਦੇ ਹੱਥ ਦੇ ਵਿੱਚ ਸਾਰਾ ਪਰਿਵਾਰ ਹੈ। ਉਹਨੇ ਜਿੱਥੇ ਕਹਿ ਦੇਣਾ ਪਰਿਵਾਰ ਨੇ ਚਲੇ ਜਾਣਾ ਹੈ, ਜਿਵੇਂ ਉਹਨੇ ਕੰਮ ਕਹਿ ਦੇਣਾ ਉਵੇਂ ਪਰਿਵਾਰ ਨੇ ਕਰਨਾ ਹੈ। ਸਾਰੀਆਂ ਜ਼ਿੰਮੇਵਾਰੀਆਂ ਉਹਦੇ ਹੱਥ ਦੇ ਵਿੱਚ ਹੁੰਦੀਆਂ ਨੇ। ਹਵਾਲੇ ਦਾ ਅਰਥ ਹੁੰਦਾ ਕੰਟਰੋਲਰ, ਕੰਟਰੋਲ ਕਰਕੇ ਰੱਖਣ ਵਾਲਾ। ਹੁਣ ਧੰਨ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਜਿੱਥੇ ਸਾਨੂੰ ਇਹ ਦੱਸਦੇ ਨੇ, ਨਾਮ ਜਪੋ, ਨਾਮ ਦੇ ਜਪਣ ਦੇ ਨਾਲ ਤੇਰੇ ਅੰਦਰ ਸਤ ਤੇ ਸੰਤੋਖ ਦਾ ਜੋ ਜੀਵਨ ਹੈ, ਇਹ ਜੀਵਨ ਕਿਵੇਂ ਜਿਉਣਾ ਹੈ, ਇਸ ਗਿਆਨ ਦੀ ਪ੍ਰਾਪਤੀ ਹੋ ਜਾਏਗੀ। ਇਸ ਗਿਆਨ ਦੀ ਪ੍ਰਾਪਤੀ ਦੇ ਨਾਲ ਅੰਦਰ ਸਹਿਜ ਅਵਸਥਾ ਬਣ ਜਾਂਦੀ ਹੈ। ਸਹਿਜ ਅਵਸਥਾ ਦਾ ਜਿਹੜਾ ਸੁਖ ਹੈ ਉਹ ਮਿਲਦਾ ਹੈ। ਤੇ ਇਹ ਧਰਮ ਦਾ ਜਹਾਜ਼ ਹੈ, ਦਇਆ ਕਾ ਪੋਤਾ, ਇਹ ਦਇਆ ਦਾ ਜਹਾਜ਼ ਹੈ। ਇਸ ਜਹਾਜ਼ ਦੇ ਉੱਤੇ ਹੁਣ ਚੜ੍ਹੇਗਾ ਕੌਣ? ਇਸ ਜਹਾਜ਼ ਦੇ ਉੱਤੇ ਸਵਾਰ ਕਿੰਨੇ ਹੋਣਾ ਹੈ? ਜੇ ਇਸ ਜਹਾਜ਼ ਤੇ ਸਵਾਰ ਹੋਵਾਂਗੇ ਤੇ ਫੇਰ ਹੀ ਪਾਰ ਹੋਵੇ। ਹਰ ਭਗਤਾ ਹਵਾਲੇ ਹੋਤਾ, ਹਰੀ ਪਰਮਾਤਮਾ ਦੇ ਭਗਤ ਨੇ ਨਾ ਜਿਹੜੇ, ਇਹ ਉਹਨਾਂ ਦੇ ਹਵਾਲੇ ਹੈ। ਇਹਨੂੰ ਚਲਾਉਣ ਵਾਲੇ ਹਰੀ ਪਰਮਾਤਮਾ ਦੇ ਭਗਤ ਨੇ। ਤੇ ਜਿਹੜਾ ਉਸ ਹਰੀ ਪਰਮਾਤਮਾ ਦੇ ਭਗਤਾਂ ਦੇ ਅਨੁਸਾਰ ਜੀਵਨ ਨੂੰ ਜਿਉਂਦਾ ਹੈ, ਉਹਨਾਂ ਦੀ ਸੇਵਾ ਤੇ ਸਿਮਰਨ ਕਰਦਾ ਹੈ, ਉਹਨੂੰ ਫਿਰ ਇਹ ਆਪਣੇ ਇਸ ਜਹਾਜ਼ ਦੇ ਵਿੱਚ ਚੜਾ ਲੈਂਦੇ ਜੇ। ਇੱਥੇ ਪੌੜੀ ਸੰਪੰਨ ਹੋਈ ਹੈ। ਮੈਂ ਫਿਰ ਥੋੜੀ ਜਿਹੀ ਮਿਹਨਤ ਕਰਕੇ ਨਾ ਆਪ ਜੀ ਨੂੰ ਥੋੜਾ ਜਿਹਾ ਇਸ ਮਾਰਗ ਦਾ ਜਾਣੂ ਕਰਾਵਾਂ। ਧੰਨ ਗੁਰਬਾਣੀ ਦੇ ਅੰਦਰ ਫਰਮਾਨ ਹੁੰਦਾ, ਸੰਤ ਕਾ ਮਾਰਗ ਧਰਮ ਕੀ ਪੌੜੀ। ਬੜੇ ਦ੍ਰਿਸ਼ਟਾਂਤ ਹੁੰਦੇ ਨੇ ਗੁਰਬਾਣੀ ਦੇ ਅੰਦਰ ਕਿ ਸੰਤਾਂ ਦੇ ਮਾਰਗ ਤੇ ਜੇ ਕਿਸੇ ਨੇ ਤੁਰਨਾ ਨਾ, ਤੇ ਭਾਈ ਇੱਥੇ ਜਿਹੜੀਆਂ ਪੌੜੀਆਂ ਨੇ ਨਾ ਉਹ ਧਰਮ ਦੀਆਂ ਨੇ। ਭਾਵ ਜੇ ਤੂੰ ਧਰਮੀ ਹੈਗਾ ਤੇ ਇਹਨਾਂ ਧਰਮ ਦੀਆਂ ਪੌੜੀਆਂ ਦੇ ਉੱਤੇ ਪੈਰ ਰੱਖਦਾ ਰੱਖਦਾ ਤੂੰ ਤੁਰਿਆ ਜਾ। ਤੇ ਇਹ ਸੰਤਾਂ ਦਾ ਮਾਰਗ ਹੈ। ਇਸ ਮਾਰਗ ਦੇ ਵਿੱਚ ਤੇਰੀ ਮੰਜ਼ਿਲ ਜਿਹੜੀ ਤੈਨੂੰ ਮਿਲ ਜਾਵੇਗੀ। ਜੇ ਤੂੰ ਧਰਮ ਦਾ ਪੈਰ ਨਹੀਂ, ਤੇਰੇ ਕੋਲੇ ਧਰਮ ਦਾ ਧਾਰਨੀ ਨਹੀਂ, ਤੇਰੇ ਕੋਲ ਧਰਮ ਹੀ ਨਹੀਂ, ਤੇ ਫਿਰ ਧਰਮ ਦੀਆਂ ਪੌੜੀਆਂ ਦੇ ਵੱਲੋਂ ਤੂੰ ਅੰਨਾ, ਤੈਨੂੰ ਦਿਸਣਗੀਆਂ ਨਹੀਂ। ਹੁਣ ਇੱਥੇ ਵੀ ਗੁਰੂ ਮਹਾਰਾਜ ਜੀ ਉਧਰ ਨੂੰ ਹੀ ਇਸ਼ਾਰਾ ਕਰਦੇ ਨੇ, ਹਰ ਭਗਤਾ ਹਵਾਲੇ ਹੋਤਾ। ਇਹ ਜਹਾਜ਼ ਕਿਹਨਾਂ ਦੇ ਹਵਾਲੇ? ਜਿਹੜੇ ਹਰੀ ਪਰਮਾਤਮਾ ਦੀ ਭਗਤੀ ਬੰਦਨਾ ਕਰਨ ਵਾਲੇ ਨੇ ਨਾ,
ਉਹਨਾਂ ਦੇ ਇਹ ਹੱਥ ਦੇ ਵਿੱਚ ਇਹ ਜਹਾਜ਼, ਉਹ ਇਸ ਹੱਥ ਨੂੰ ਚਲਾਉਣ ਵਾਲੇ ਨੇ ਤੇ ਜਿਨ੍ਹਾਂ ਨੂੰ ਉਹ ਇਸ ਜਹਾਜ਼ ਦੇ ਵਿੱਚ ਬਿਠਾ ਲੈਂਦੇ ਨੇ ਭਾਈ, ਉਹ ਗੁਰੂ ਸਵਾਰੇ ਵੀ ਤਰ ਜਾਂਦੇ ਹਨ ਜੀ। ਮੇਰੇ ਰਾਮ ਕੋ ਭੰਡਾਰ। ਇਹ ਰਾਉ ਵਾਲੀਆਂ ਤੁਕਾਂ ਨੇ ਤੇ ਗੁਰੂ ਮਹਾਰਾਜ ਜੀ ਸੱਚੇ ਸਤਿਗੁਰੂ ਗੁਰੂ ਅਰਜਨ ਦੇਵ ਜੀ ਕਿਰਪਾ ਕਰਦੇ ਨੇ ਵੀ ਇਹ ਫਿਰ ਨਾਮ ਦਾ ਜਿਹੜਾ ਜਹਾਜ਼ ਹੈ, ਸੱਚੇ ਸਤਿਗੁਰੂ ਨੇ ਜੋ ਭਗਤਾਂ ਦੇ ਹਵਾਲੇ ਕੀਤਾ, ਧਰਮ ਦਾ ਜਹਾਜ਼ ਜਿਹੜਾ ਬੰਦਗੀ ਸਿਮਰਨ ਵਾਲਾ ਭਗਤਾਂ ਦੇ ਹਵਾਲੇ ਹੈ, ਇਹ ਕਿੰਨਾ ਕੁ ਵੱਡਾ ਹੈ। ਇਹਦੇ ਵਿੱਚ ਨਾਮ ਦਾ ਭੰਡਾਰਾ ਕਿੰਨਾ ਕੋਈ, ਮੇਰੇ ਰਾਮ ਕੋ ਭੰਡਾਰ। ਇਹ ਭੰਡਾਰਾ ਜਿਹੜਾ ਪਰਮਾਤਮਾ ਦਾ ਭਗਤਾਂ ਦਾ ਨਹੀਂ ਹੈਗਾ, ਸੰਤਾਂ ਦਾ ਭਗਤਾਂ ਦਾ ਇਹ ਭੰਡਾਰਾ ਨਹੀਂ ਹੈਗਾ ਨਾਮ ਦਾ। ਫਿਰ ਕਿੰਦਾ ਭੰਡਾਰਾ ਹੈ? ਉਸ ਅਕਾਲ ਪੁਰਖ ਵਾਹਿਗੁਰੂ ਦਾ ਹੈ। ਜਿਹੜੇ ਭਗਤ ਨੇ ਨਾ, ਉਹਦੇ ਭੰਡਾਰੇ ਦੇ ਵਿੱਚੋਂ ਸਾਨੂੰ ਕੁਝ ਦਵਾ ਸਕਦੇ ਨੇ। ਅਰਦਾਸ ਕਰਕੇ, ਬੇਨਤੀ ਕਰਕੇ, ਗੁਰਸਿੱਖ ਨੇ ਜਿਹੜੇ ਗੁਰੂ ਦੇ ਅੱਗੇ ਅਰਦਾਸ ਕਰਕੇ ਸਾਨੂੰ ਗੁਰੂ ਤੋਂ ਨਾਮ ਦੀ ਦਾਤ ਦਵਾ ਸਕਦੇ ਨੇ। ਸੰਗਤ ਸਾਨੂੰ ਨਾਮ ਦੀ ਦਾਤ ਦਵਾ ਸਕਦੀ ਹੈ, ਪਰ ਨਾਮ ਦਾ ਜਿਹੜਾ ਭੰਡਾਰ ਹੈ ਨਾ, ਇਹ ਭਰਿਆ ਹੋਇਆ ਇਹ ਉਸ ਅਕਾਲ ਪੁਰਖ ਵਾਹਿਗੁਰੂ ਦਾ ਜੀ। ਖਾਤ ਖਰਚ ਕਛ ਟੋਟ ਨ ਆਵੈ, ਅੰਤ ਨਹੀਂ ਹਰ ਪਾਰਾਵਾਰ। ਖਾਤ ਖਰਚ, ਖਾਂਦੇ ਤੇ ਖਰਚਦੇ ਆ, ਕੁਝ ਖਾਧਾ ਜਾਂਦਾ ਹੈ, ਕੁਝ ਖਰਚਿਆ ਜਾਂਦਾ ਹੈ। ਕਛ ਟੋਟ ਨਾ ਆਵੇ ਤੇ ਕੁਝ ਵੀ ਇਹਦੇ 'ਚ ਫਰਕ ਨਹੀਂ ਪੈਂਦਾ। ਹੁਣ ਖਾਧਾ ਜਿਹੜਾ ਅਸੀਂ ਆਪ ਇਸ ਜਹਾਜ਼ ਦੇ ਉੱਤੇ ਸਵਾਰ ਹੁੰਦੇ ਆ, ਨਾਮ ਜਪਦੇ ਬੰਦਗੀ ਕਰਦੇ ਆ, ਉਹ ਅਸੀਂ ਰੂਹਾਨੀ ਖੁਰਾਕ ਆਪ ਖਾ ਲਈਏ। ਤੇ ਜਿਹੜਾ ਭਾਈ ਦੂਜਿਆਂ ਦੇ ਲਈ ਉਸ ਪ੍ਰਭੂ ਪਰਮਾਤਮਾ ਦਾ ਨਾਮ ਦੂਜਿਆਂ ਨੂੰ ਦਵਾਨੇ, ਉਹ ਅਸੀਂ ਦੂਜਿਆਂ ਦੇ ਲਈ ਖਰਚਿਆ। ਜਿਵੇਂ ਇੱਕ ਯੋਗ ਪਿਤਾ ਆਪਣੇ ਬੱਚਿਆਂ ਦੇ ਉੱਤੇ ਆਪਣੀ ਕਮਾਈ ਖਰਚਦਾ, ਕਮਾਈ ਕਹਿੰਦੀ ਹੁਣ ਕਮਾਈ ਪਿਤਾ ਦੀ ਏ ਤੇ ਖਰਚ ਕਰਦੇ ਤੇਰੇ ਆਪਣੇ ਬੱਚਿਆਂ ਤੇ ਰਿਹਾ। ਇਸੇ ਤਰ੍ਹਾਂ ਜਿਹੜੇ ਗ੍ਰਸਤੀ ਹੁੰਦੇ ਨੇ, ਉਹਨਾਂ ਕੋਲ ਇਤਨੀ ਬੰਦਗੀ ਸਿਮਰਨ ਨਹੀਂ ਹੁੰਦਾ। ਤੇ ਜਿਹੜੇ ਸਾਧੂ ਸੰਤ ਗੁਰਸਿੱਖ ਵਿਹੰਗਮ ਨੇ ਜਾਂ ਧਾਰਮਿਕ ਸਥਾਨਾਂ ਦੇ ਉੱਤੇ ਬੰਦਗੀ ਕਰਨ ਵਾਲੇ ਨੇ, ਉਹ ਫਿਰ ਉਹਨਾਂ ਦੇ ਨਿਮਿਤ ਕੁਝ ਨਾ ਕੁਝ ਧਨ ਨਾਮ ਜਿਹੜਾ ਇਹ ਖਰਚਦੇ ਰਹਿੰਦੇ ਨੇ। ਮੈਂ ਇੱਕ ਉਦਾਹਰਨ ਦੇ ਨਾਲ ਸਮਝਾਣਾ ਕਰਨਾ। ਜਿਸ ਵਕਤ ਜਨਕ ਬਦਈ ਨੇ ਸਰੀਰ ਛੱਡਿਆ ਸੀ, ਭਗਵਾਨ ਤੇ ਜਾ ਰਿਹਾ ਸੀ, ਨਰਕ ਦੇ ਕੋਲੋਂ ਦੀ ਲੰਘਣ ਲੱਗਾ ਤੇ ਬੜਾ ਰੌਲਾ ਸੁਣਿਆ। ਨਰਕ ਦੇ ਵਿੱਚੋਂ ਜਦੋਂ ਇਤਨਾ ਜ਼ਿਆਦਾ ਰੌਲਾ ਸੁਣਿਆ ਤੇ ਕਹਿ ਦਿੱਤਾ ਵੀ ਇਹ ਸ਼ੋਰ ਕਾਹਦਾ ਹੈ? ਪੁੱਛਿਆ, ਕਹਿੰਦੇ ਚਲੋ ਜੀ, ਇਹ ਤਾਂ ਨਰਕ ਦੇ ਜੀਵ ਨੇ, ਇਹਨਾਂ ਨੇ ਪਾਪ ਕੀਤੇ ਨੇ ਤੇ ਇਹ ਦੁੱਖ ਪਾ ਰਹੇ ਨੇ। ਹੁਣ ਦਇਆ ਕਾ ਪੋਤਾ, ਇਹ ਜਾਜੀ ਦਇਆ ਦਾ, ਤੇ ਜੇ ਵੇਖ ਕੇ ਇਸ ਤਰ੍ਹਾਂ ਦਇਆ ਹੀ ਨਹੀਂ ਆਈ ਤੇ ਫਿਰ ਧਰਮ ਨਹੀਂ ਹੈਗਾ ਨਾ। ਜਨਕਪਤੀ ਕਹਿੰਦਾ ਮੇਰਾ ਧਰਮ ਮੈਨੂੰ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦਾ, ਮੈਂ ਕਿਸੇ ਰੋਂਦੇ ਕਰਲਾਂਦੇ ਨੂੰ ਛੱਡ ਕੇ ਚਲਾ ਜਾਵਾਂ। ਰੁਕੋ ਭਗਵਾਨ। ਭਗਵਾਨ ਰੁਕ ਗਿਆ। ਧਰਮਰਾਜ ਨੂੰ ਪੁੱਛਿਆ ਵੀ ਤੂੰ ਇਹਨਾਂ ਨੂੰ ਇੰਨਾ ਦੁਖੀ ਕਿਉਂ ਕਰ ਰਹੇ ਹੈ? ਧਰਮਰਾਜ ਕਹਿੰਦਾ ਜੀ ਇਹਨਾਂ ਨੇ ਗੁਨਾਹ ਕੀਤੇ ਨੇ, ਪਾਪ ਕੀਤੇ ਨੇ, ਫਿਰ ਛੱਡੇਗਾ ਕਿਵੇਂ? ਮੈਂ ਗੱਲ ਮੁਕਾਵਾਂ। ਕਹਿੰਦਾ ਇਹਨਾਂ ਦੀ ਕੋਈ ਬੰਦਗੀ ਕਰ ਦੇਵੇ, ਸਿਮਰਨ ਕਰ ਦੇਵੇ, ਯਾਨੀ ਆਪਣੀ ਬੰਦਗੀ ਦਾ ਜਿਹੜਾ ਹਿੱਸਾ ਹੈ ਨਾ, ਉਹ ਇਹਨਾਂ ਦੇ ਲਈ ਖਰਚ ਕਰ ਦੇਵੇ ਤੇ ਛੁੱਟ ਜਾਣਗੇ। ਹੁਣ ਗੱਲ ਦੀ ਸਮਝ ਆ ਜਾਏਗੀ। ਫਿਰ ਕਹਿੰਦੇ ਨੇ ਜਨਕ ਬਦਈ ਨੇ 2.5 ਘੜੀਆਂ ਦਾ 24 ਮਿੰਟ ਦੀ ਘੜੀ ਮੰਨੀ ਗਈ ਏ, ਤੇ 2.5 ਘੜੀਆਂ ਨੇ ਜਿਹੜੀਆਂ 24 ਤੇ 24 48 ਤੇ 6 ਮਿੰਟ ਹੋ ਲੈਂਦੇ ਜੀ, ਜੋੜ ਲਓ। ਇਸ ਤਰ੍ਹਾਂ ਘੰਟਾ ਤਾਂ ਖੈਰ ਨਹੀਂ ਬਣਦਾ, ਥੋੜਾ ਜਿਹਾ ਸਮਾਂ ਘੱਟ ਬਣਦਾ। ਸੋ 1 ਘੰਟੇ ਦਾ ਸਿਮਰਨ ਦੇ ਕੇ ਤੇ ਸਾਰੀ ਨਰਕ ਖਾਲੀ ਕਰਵਾ ਦਿੱਤੀ ਸੀ। ਖਾਤ ਖਰਚ, ਇਸ ਤਰ੍ਹਾਂ ਸੰਤ ਮਹਾਤਮਾ ਨੇ ਜਿਹੜੇ ਆਪ ਵੀ ਛਕਦੇ ਛਕਾਉਂਦੇ ਨੇ ਤੇ ਦੂਜਿਆਂ ਦੇ ਲਈ ਵੀ ਨਾਮ ਦੀ ਕਮਾਈ ਜਿਹੜੀ ਇਹਨਾਂ ਨੂੰ ਖਰਚ ਕਰਦੇ ਰਹਿੰਦੇ ਨੇ। ਕਛ ਟੋਟ ਨਾ ਆਵੇ। ਫਿਰ ਇਹਦੇ ਨਾਲ ਕੀ ਜਨਕਪਤੀ ਨੂੰ ਘਾਟਾ ਪੈ ਗਿਆ ਸੀ? ਨਹੀਂ, ਕਛ ਤੋੜ ਨਾ ਆਵੇ, ਉਹ ਤਾਂ ਸਮਾਂ ਵਧਿਆ ਸੀ। ਇਹ ਧਨ ਹੀ ਇਸ ਤਰ੍ਹਾਂ ਦਾ, ਜਿਵੇਂ ਜਿਵੇਂ ਇਹਨੂੰ ਦੂਜਿਆਂ ਦੇ ਲਈ ਖਰਚਿਆ ਜਾਂਦਾ ਉਵੇਂ ਵੱਧਦਾ ਹੈ। ਅੰਤ ਨਹੀਂ ਹਰ ਪਾਰਾਵਾਰ, ਉਹ ਅਕਾਲ ਪੁਰਖ ਵਾਹਿਗੁਰੂ ਪਾਰਾਵਾਰ ਤੋਂ ਰਹਿ ਤੇ ਉਸ ਦੇ ਨਾਮ ਦੀ ਇਹ ਵੱਡੀ ਦਾਤ ਦਾ ਕੋਈ ਅੰਤ ਨਹੀਂ ਪਾ ਸਕਿਆ ਹੈ ਜੀ। ਰਹਾਉ ਕੀਰਤਨ ਨਿਰਮੋਲਕ ਹੀਰਾ। ਅੱਗੇ ਗੁਰੂ ਮਹਾਰਾਜ ਜੀ ਵਿਸ਼ਰਾਮ ਲਾ ਕੇ ਕਿਰਪਾ ਕਰਦੇ ਨੇ। ਕੀਰਤਨ ਦਾ ਅਰਥ ਹੁੰਦਾ ਜਸ ਗੈਨ ਕਰਨਾ। ਨਿਰਮੋਲਕ ਦਾ ਅਰਥ ਹੈ ਜਿਹਨੂੰ ਮੁੱਲ ਨਾ ਲਿਆ ਜਾਵੇ। ਹੀਰਾ, ਉਸ ਅਕਾਲ ਪੁਰਖ ਵਾਹਿਗੁਰੂ ਦਾ ਜਿਹੜਾ ਜਸ ਗੈਨ ਕਰਨਾ ਹੈ ਨਾ, ਇਹ ਉਹ ਹੀਰਾ ਹੈ ਜਿਹੜੇ ਹੀਰੇ ਨੂੰ ਕਿਤੇ ਵੀ ਮੁੱਲ ਨਹੀਂ ਖਰੀਦਿਆ ਜਾ ਸਕਦਾ ਹੈ ਜੀ। ਆਨੰਦ ਗੁਣੀ ਗਹਿਰਾ, ਇਹ ਆਨੰਦ ਦਾ ਖਜ਼ਾਨਾ ਹੈ। ਆਨੰਦ ਵੀ ਦਿੰਦਾ ਤੇ ਨਾਲ ਗੁਣ ਵੀ ਦਿੰਦਾ ਹੈ। ਜੇ ਮਨੁੱਖ ਦੇ ਅੰਦਰ ਗੁਣ ਨਾ ਹੋਣ,
ਤੇ ਉਸ ਦਾ ਆਪ ਦਾ ਜਿਹੜਾ ਅੰਦਰ ਦਾ ਆਨੰਦ ਹੈ ਉਹ ਵੀ ਫਿੱਕਾ ਉਸ ਨੂੰ ਆਪ ਨੂੰ ਲੱਗਣ ਲੱਗ ਜਾਂਦਾ ਹੈ। ਖੁਸ਼ੀ ਆਈਏ, ਪਰ ਉਸ ਖੁਸ਼ੀ ਨੂੰ ਆਪਣੇ ਜੀਵਨ ਦੇ ਵਿੱਚ ਕਿਵੇਂ ਮੰਨਣਾ ਹੈ ਇਹ ਗੁਣ ਨਹੀਂ ਹੈਗਾ, ਤੇ ਫਿਰ ਉਹ ਖੁਸ਼ੀ ਹੈ ਨਾ ਜਿਹੜੀ ਉਹ ਇਤਨੀ ਆਨੰਦ ਸੁਖ ਦੇ ਨਾਲ ਨਹੀਂ ਮੰਨੀ ਜਾ ਸਕਦੀ। ਧੰਨ ਗੁਰਬਾਣੀ ਦੇ ਅੰਦਰ ਫਰਮਾਨ ਹੁੰਦਾ, ਗੁਣ ਮੰਤਿਆ ਗੁਣ ਦੇ। ਉਹ ਅਕਾਲ ਪੁਰਖ ਵਾਹਿਗੁਰੂ ਹੈ ਨਾ ਜਿਹੜਾ, ਉਹ ਕਿਰਪਾ ਕਰਦਾ ਹੈ, ਨਿਰਗੁਣ ਜਿਹੜਾ ਉਹਨੂੰ ਗੁਣ ਦਿੰਦਾ ਹੈ, ਤੇ ਜਿਨ੍ਹਾਂ ਕੋਲ ਗੁਣ ਨੇ ਉਹਨਾਂ ਨੂੰ ਹੋਰ ਗੁਣ ਦੇ ਦਿੰਦਾ ਹੈ। ਜਪਜੀ ਸਾਹਿਬ ਦੇ ਅੰਦਰ ਫਰਮਾਨ ਹੁੰਦਾ ਹੈ, ਗੁਰੂ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ 7ਵੀਂ ਪੌੜੀ ਦੇ ਅੰਦਰ ਸੱਚੇ ਸਤਿਗੁਰ ਦੱਸਦੇ ਨੇ, ਨਾਮ ਦੀ ਵੱਡੀ ਵਡਿਆਈ ਇਹ ਕਿ ਜਿੰਦੇ ਵਿੱਚ ਕੋਈ ਵੀ ਗੁਣ ਨਹੀਂ ਨਾ, ਜਿਹੜਾ ਮਨੁੱਖ ਸਿਆਣਾ ਹੀ ਨਹੀਂ, ਜੇ ਜਾਣੇ ਅਣਜਾਣੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਨ ਲੱਗ ਜਾਂਦਾ ਤੇ ਗੁਰੂ ਕਿਰਪਾ ਕਰਦਾ ਉਹਨੂੰ ਅਕਲ ਆਉਣੀ ਸ਼ੁਰੂ ਹੋ ਜਾਂਦੀ ਹੈ, ਤੇ ਫਿਰ ਜਿਹੜਾ ਸਿਆਣਾ ਉਹ ਹੋਰ ਸਿਆਣਾ ਹੋ ਜਾਂਦਾ ਹੈ। ਆਨੰਦ ਗੁਣੀ ਕੀ ਹੀਰਾ। ਇਸ ਤਰ੍ਹਾਂ ਆਨੰਦ ਤੇ ਗੁਣਾ ਦਾ ਖਜ਼ਾਨਾ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੈ ਜੀ। ਅਨਹਦ ਬਾਣੀ ਪੂੰਜੀ। ਜਿਹੜੀ ਅਨਹਦ ਧੋਣੇ ਨਾ, ਇਹਦੀ ਜੋ ਪ੍ਰਾਪਤੀ ਹੈ ਉਹ ਬਾਣੀ ਤੋਂ ਹੁੰਦੀ ਹੈ। ਪੂੰਜੀ ਦਾ ਅਰਥ ਹੁੰਦਾ ਪੈਸਾ। ਜਦੋਂ ਵੀ ਅਸੀਂ ਕੋਈ ਜੀਵਨ ਦੇ ਵਿੱਚ ਵਪਾਰ ਕਰਦੇ ਆ ਨਾ, ਉਹਦੇ ਲਈ ਸਾਨੂੰ ਪੂੰਜੀ ਚਾਹੀਦੀ ਹੈ। ਜ਼ਮੀਨ ਖਰੀਦਣੀ ਹੈ ਤੇ ਕਾਹਦੇ ਨਾਲ ਖਰੀਦੀ ਜਾਏਗੀ? ਜੇ ਕੋਲ ਪੂੰਜੀ ਹੈਗੀ ਹੈ ਤਾਂ ਫਿਰ ਖਰੀਦੀ ਜਾਏਗੀ। ਪੂੰਜੀ ਤੋਂ ਬਿਨਾਂ ਜ਼ਮੀਨ ਨਹੀਂ। ਕੁਝ ਵੀ ਅਸੀਂ ਖਰੀਦਣਾ ਤੇ ਸਾਡੀ ਜੇਬ ਦੇ ਵਿੱਚ ਪੂੰਜੀ ਹੋਣੀ ਚਾਹੀਦੀ ਹੈ। ਮੇਰੇ ਖਿਆਲ ਗੱਲ ਸਮਝ ਆ ਗਈ ਹੋਣੀ ਹੈ। ਸਾਡੇ ਕੋਲ ਸੇਵਿੰਗ ਕੀਤਾ ਹੋਇਆ ਜਿਹੜਾ ਪੈਸਾ ਹੈ ਨਾ, ਉਹਦੇ ਨਾਲ ਹੀ ਅਸੀਂ ਕੁਝ ਨਾ ਕੁਝ ਲੈ ਸਕਦੇ ਹਾਂ, ਨਹੀਂ ਤਾਂ ਲੈ ਨਹੀਂ ਸਕਦੇ। ਅੱਜ ਕੱਲ੍ਹ ਤਾਂ ਬੈਂਕਾਂ ਵਾਲਿਆਂ ਨੇ ਵੀ ਇੱਕ ਨਿਯਮ ਬਣਾਇਆ ਹੈ, ਜੇ ਕੋਈ ਸਾਧਨ ਲੈਣਾ ਤਾਂ ਉਹਨਾਂ ਨੇ ਇੱਕ ਲਿਮਟ ਰੱਖੀ ਵੀ ਇਤਨੇ ਪੈਸੇ ਤੈਨੂੰ ਆਪਣੀ ਜੇਬ ਚੋਂ ਦੇਣੇ ਪੈਣਗੇ। ਜੇ ਤੇਰੇ ਕੋਲ ਇਤਨੇ ਪੈਸੇ ਨਹੀਂ ਹੈਗੇ ਤੇ ਸਾਰੀ ਚੀਜ਼ ਦਾ ਤੈਨੂੰ ਕਰਜ਼ੇ ਤੇ ਨਹੀਂ ਮਿਲੇਗੀ। ਅਨਹਦ ਬਾਣੀ ਪੂੰਜੀ। ਅਨਹਦ ਇੱਕ ਧੁਨ ਹੈ ਜੋ ਮਨੁੱਖ ਦੇ ਅੰਦਰ ਬੜਾ ਸਕੂਨ ਤੇ ਆਨੰਦ ਦੇਣ ਵਾਲੀ ਹੈ। ਇਹਨੂੰ ਤੁਰਿਆ ਅਵਸਥਾ ਵੀ ਆਖਿਆ। ਹੁਣ ਇੱਥੋਂ ਤੱਕ ਪਹੁੰਚੇਗਾ ਕੌਣ? ਬਾਣੀ ਪੂੰਜੀ। ਜਿਨੇ ਬਾਣੀ ਦੀ ਪੂੰਜੀ ਨੂੰ ਆਪਣੇ ਅੰਦਰ ਇਕੱਠਿਆਂ ਕੀਤਾ। ਹੁਣ ਕਈ ਵਾਰੀ ਅਸੀਂ ਕਹਿ ਦਿੰਦੇ ਆ, ਲਓ ਜੀ ਬਾਣੀ ਪੜ੍ਹਨ ਨਾਲ ਕੀ ਹੁੰਦਾ ਹੈ? ਬਾਣੀ ਪੜ੍ਹਨ ਦੇ ਨਾਲ ਹੀ ਸਾਨੂੰ ਅਨਹਦ ਸ਼ਬਦ ਦੇ ਜਿਹੜਾ ਇਹਦੀ ਧੁਨ ਸੁਣਾਈ ਦਿੰਦੀ। ਜੇ ਅਸੀਂ ਬਾਣੀ ਨਹੀਂ ਪੜ੍ਹਦੇ, ਨਿਤਨੇਮੀ ਨਹੀਂ ਹੈਗੇ, ਸਹਿਜ ਪਾਠੀ ਨਹੀਂ ਹੈਗੇ, ਗੁਰਬਾਣੀ ਦੇ ਨਾਲੋਂ ਟੁੱਟੇ ਹੋਏ ਆ, ਤੇ ਸਾਡੇ ਕੋਲ ਗੁਰਬਾਣੀ ਦੀ ਪੂੰਜੀ ਨਹੀਂ ਹੈਗੀ। ਜੇ ਗੁਰਬਾਣੀ ਦੀ ਪੂੰਜੀ ਨਹੀਂ ਹੈਗੀ ਤੇ ਫਿਰ ਭਾਈ ਅਸੀਂ ਉਸ ਅਨਹਦ ਧੁਨ, ਜਿਹਨੂੰ ਨਿਰਵਾਣ ਪਦਵੀ ਵੀ ਆਖਿਆ, ਜਿਹਨੂੰ ਤੁਰਿਆ ਅਵਸਥਾ ਵੀ ਆਖਿਆ, ਜਿਹਨੂੰ ਸਹਿਜ ਅਵਸਥਾ ਵੀ ਆਖਿਆ, ਉਸ ਦੀ ਪ੍ਰਾਪਤੀ ਨਹੀਂ ਹੋਵੇਗੀ ਜੀ। ਸੰਤਨ ਹੱਥ ਰਾਖੀ ਪੂੰਜੀ। ਹੁਣ ਇਹ ਜਿਹੜੀ ਪੂੰਜੀ ਹੈ ਤੇ ਜਿਹੜੀ ਬਾਣੀ ਦੀ ਪੂੰਜੀ ਦੇ ਨਾਲ ਨਾ ਸੱਚੇ ਸਤਿਗੁਰੂ ਦੀ ਕਿਰਪਾ ਹੁੰਦੀ, ਨਿਰਵਾਣ ਪਦਵੀ ਹੁੰਦੀ ਹੈ, ਤੇ ਇਹਦੀ ਪੂੰਜੀ ਜਿਹੜੀ ਉਹ ਕਹਿੰਦੇ ਹੱਥ ਸੰਤਨ ਹੱਥ। ਸੰਤਨ ਦਾ ਅਰਥ ਹੈ ਸਤ ਸੰਗੀ। ਸੰਤ ਇੱਕ ਵਚਨ ਹੈ, ਸੰਤਨ ਹੈ ਜਿਹੜਾ ਇਹ ਬਹੁ ਵਚਨ ਨੇ। ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਗੁਰੂ ਸਵਾਰਿਆ ਸੰਗਤ ਦੇ ਵਿੱਚ ਆ। ਸੰਗਤ ਦੇ ਵਿੱਚ ਆਣ ਕੇ ਤੇ ਤੈਨੂੰ ਇਹ ਪੂੰਜੀ ਜਿਹੜੀ ਹੈ ਨਾ ਉਹ ਮਿਲ ਜਾਵੇਗੀ। ਤੂੰ ਸੰਗਤ ਦਾ ਹਿੱਸਾ ਬਣਨਾ ਕਰ। ਜਦੋਂ ਸੰਗਤ ਦੇ ਵਿੱਚ ਆਏਗਾ ਤੇ ਫਿਰ ਸੰਗਤ ਦੀ ਕਿਰਪਾ ਦੇ ਨਾਲ ਹੀ ਇਹ ਦਾਤ ਹੈ ਜਿਹੜੀ ਬਾਣੀ ਦੀ, ਇਹ ਤੈਨੂੰ ਪ੍ਰਾਪਤ ਹੋਵੇਗੀ ਜੀ। ਸੋਨ ਸਮਾਦ ਗੁਫਾ ਦਹਿ ਆਸਨ। ਹੁਣ ਸੰਗਤ ਦੇ ਵਿੱਚ ਆਇਆ, ਬਾਣੀ ਦੀ ਪੂੰਜੀ ਇਕੱਤਰਤ ਕੀਤਿਆਂ, ਨਾਮ ਦੀ ਕਮਾਈ ਕਰਦਿਆਂ ਕਰਦਿਆਂ ਮਨੁੱਖ ਦਾ ਜੀਵਨ ਹੈ ਜਿਹੜਾ ਬੜਾ ਉੱਚਾ ਤੇ ਸੁੱਚਾ ਹੋ ਸਕਦਾ। ਸੁਨ ਸਮਾਦ ਗੁਫਾ ਤਹਿ ਆਸਨ, ਇਹ ਅੰਦਰ ਦੀ ਗੱਲ ਹੈ, ਸ਼ਾਇਦ ਮੈਂ ਸਾਰੀ ਨਾ ਸਮਝਾ ਸਕਾਂ। ਸੁੰਨ ਸਮਾਦ, ਜਿਵੇਂ ਸਾਡੇ ਸਰੀਰ ਦਾ ਕੋਈ ਹਿੱਸਾ ਸੁੰਨ ਹੋ ਜਾਂਦਾ ਹੈ ਨਾ, ਅਸੀਂ ਕਹਿੰਦੇ ਹਾਂ ਸੌਂ ਗਿਆ, ਸੁੰਨ ਹੋ ਗਿਆ। ਜਾਂ ਡਾਕਟਰ ਕਿਸੇ ਸਰੀਰ ਦੇ ਅੰਗ ਨੂੰ ਕੱਟਣ ਦੇ ਲਈ ਜਾਂ ਉਸ ਦਾ ਇਲਾਜ ਆਪਰੇਸ਼ਨ ਕਰਨ ਦੇ ਲਈ ਸੁੰਨ ਕਰ ਲੈਂਦੇ ਨੇ। ਜਦੋਂ ਸੁੰਨ ਹੋ ਜਾਂਦਾ ਫਿਰ ਉਹਨੂੰ ਦਰਦ ਨਹੀਂ ਹੁੰਦੀ। ਇਸੇ ਤਰ੍ਹਾਂ ਸੁੰਨ ਸਮਾਦ, ਉਹ ਸਮਾਧੀ ਜਿਹੜੀ ਸਮਾਧੀ ਦੇ ਵਿੱਚ ਸੰਸਾਰਿਕ ਦਰਦ ਨੇ ਜਿਹੜੇ ਉਹ ਮਹਿਸੂਸ ਹੀ ਨਾ ਹੋਣ। ਇਹ ਹੁਣ ਬਾਣੀ ਹੈ ਜਿਹੜੀ, ਇਹ ਸਾਨੂੰ ਪੂੰਜੀ ਹੈ ਬਾਣੀ ਦੀ, ਜਿਨ੍ਹਾਂ ਨੇ ਇਕੱਤਰਤ ਕਰ ਲਈ ਉਹਨਾਂ ਨੂੰ ਕੀ ਪ੍ਰਾਪਤ ਹੋ ਗਿਆ? ਅਨਹਦ ਧੁਨ ਪ੍ਰਾਪਤ ਹੋ ਗਈ ਹੈ। ਹੁਣ ਅਨਹਦ ਧੁਨ ਹੈ ਜਿਹੜੀ ਇਹ ਬਾਣੀ ਦੇ ਨਾਲ ਪ੍ਰਾਪਤ ਹੋਈ ਹੈ। ਤੇ ਬਾਣੀ ਸਾਨੂੰ ਕਿੱਥੋਂ ਪ੍ਰਾਪਤ ਹੁੰਦੀ? ਬਾਣੀ ਸਾਨੂੰ ਸੰਗਤ ਦੇ ਵਿੱਚੋਂ ਪ੍ਰਾਪਤ ਹੁੰਦੀ। ਬਾਣੀ ਦੀ ਪੂੰਜੀ ਕਿੱਥੋਂ ਇਕੱਠੀ ਹੁੰਦੀ? ਬਾਣੀ ਦੀ ਪੂੰਜੀ ਜਿਹੜੀ ਸੰਗਤ ਦੇ ਵਿੱਚੋਂ ਇਕੱਠੀ ਹੁੰਦੀ ਹੈ। ਹੁਣ ਫਿਰ ਇਸ ਪੂੰਜੀ ਦੇ ਨਾਲ ਅਸੀਂ ਅਨਹਦ ਧੁਨ ਜਿਹੜੀ ਉਹ ਪ੍ਰਾਪਤ ਕਰ ਲਈ ਤੇ ਅੱਗੇ ਕੀ ਹੋਵੇਗਾ? ਸੁਨ ਸਮਾਦ ਗੁਫਾ ਤਹਿ ਆਸਨ।
ਜਿਵੇਂ ਸਾਡੇ ਸਰੀਰ ਦਾ ਕੋਈ ਅੰਗ ਸੁੰਨ ਹੋ ਜਾਵੇ ਤੇ ਉਹਨੂੰ ਭਾਵੇਂ ਅਸੀਂ ਕੱਟੀ ਜਾਈਏ ਤੇ ਭਾਵੇਂ ਵੱਢੀ ਜਾਈਏ ਨਾ, ਉਹ ਸੁੰਨ ਹੋ ਗਿਆ ਹੈ, ਉਹਨੂੰ ਦਰਦ ਨਹੀਂ ਹੋਏਗੀ, ਸਾਨੂੰ ਦਰਦ ਹੀ ਨਹੀਂ ਹੁੰਦੀ। ਉਸੇ ਤਰ੍ਹਾਂ ਜਦੋਂ ਇਹ ਅਵਸਥਾ ਪ੍ਰਾਪਤ ਹੋ ਜਾਂਦੀ ਏ, ਉਦੋਂ ਫਿਰ ਸੰਸਾਰਿਕ ਦੁੱਖ ਨੇ ਜਿਹੜੇ ਉਹ ਅਹਿਮੀਅਤ ਨਹੀਂ ਰੱਖਦੇ, ਉਹਨਾਂ ਦਾ ਉਹ ਦੁੱਖ ਲੱਗਦਾ ਹੀ ਨਹੀਂ। ਕਈ ਵਾਰੀ ਅਸੀਂ ਸੋਚਦੇ ਹੋਵਾਂਗੇ ਭਾਈ ਤਾਰੂ ਸਿੰਘ ਜੀ ਨੇ ਸਿਰ ਤੋਂ ਖੋਪੜਾ ਕਿਵੇਂ ਲਵਾ ਲਿਆ, ਤੇ ਗੁਰਬਾਣੀ ਦੱਸਦੀ ਸੁੰਨ ਸਮਾਧ ਗੁਫਾ ਤੇ ਆਸਨ। ਉਹਨਾਂ ਨੇ ਭਾਈ ਬਾਣੀ ਦੀ ਪੂੰਜੀ ਇਕੱਠੀ ਕੀਤੀ ਸੀ, ਉਸ ਬਾਣੀ ਦੀ ਪੂੰਜੀ ਦੇ ਨਾਲ ਆਨੰਦ ਅਵਸਥਾ ਨੂੰ ਪ੍ਰਾਪਤ ਕੀਤਾ ਸੀ। ਉਸ ਅਵਸਥਾ ਨੂੰ ਪ੍ਰਾਪਤ ਕਰਕੇ ਤੇ ਫਿਰ ਉਹਨਾਂ ਦੇ ਅੰਦਰ ਇਹ ਅਵਸਥਾ ਬਣ ਗਈ ਸੀ ਕਿ ਉਹਨਾਂ ਨੂੰ ਸਰੀਰਿਕ ਦੁੱਖ ਸਨ ਜਿਹੜੇ ਉਹ ਲੱਗਦੇ ਹੀ ਨਹੀਂ ਸਨ। ਸੁੰਨ ਸਮਾਧ ਗੁਫਾ ਤਹਿ ਆਸਨ। ਗੁਫਾ ਦਾ ਅਰਥ ਵੈਸੇ ਹੁੰਦਾ ਹੈ ਲੁਕ ਵਾਲੀ ਜਗ੍ਹਾ, ਜਿਵੇਂ ਪਹਾੜ ਨੇ ਇਹਨਾਂ ਦੇ ਅੰਦਰ ਗੁਫਾਵਾਂ ਹੁੰਦੀਆਂ ਨੇ, ਪਰ ਇੱਥੇ ਮਨੁੱਖ ਦੇ ਅੰਦਰ ਵੀ ਇੱਕ ਗੁਫਾ ਨੂੰ 10ਵਾਂ ਦਵਾਰ ਮੰਨਿਆ ਗਿਆ ਤਹਿ ਆਸਨ। ਹੁਣ ਇਹ ਆਸਨ ਕਿੱਥੇ ਟਿਕ ਗਿਆ? ਇਹ 10ਵੇਂ ਦਵਾਰ ਦੇ ਵਿੱਚ ਇਹਦਾ ਆਸਨ ਲੱਗ ਗਿਆ। ਜਿਹੜੀ ਸੁਰਤ ਤੇ ਬਿਰਤ ਤੋਂ 10ਵੇਂ ਦਵਾਰ ਦੇ ਵਿੱਚ ਟਿਕੀ ਹੋਈ ਏ ਤੇ ਅਪੁਰ ਸਮਾਧੀ ਦੇ ਵਿੱਚ ਨਹੀਂ ਰਹਿੰਦਾ ਹੈ ਜੀ। ਕੇਵਲ ਬ੍ਰਹਮ ਪੂਰਨ ਤਹਿ ਬਾਸਨ। ਤੇ ਉਸ ਗੁਫਾ ਦੇ ਵਿੱਚ ਹੈ ਕਿ ਜਿੱਥੇ ਜਾ ਕੇ ਆਸਨ ਲੱਗ ਗਿਆ, ਕੇਵਲ ਬ੍ਰਹਮ, ਕੇਵਲ ਤੇ ਕੇਵਲ। ਕੇਵਲ ਦਾ ਅਰਥ ਹੁੰਦਾ ਨਿਰੋਲ, ਜਿੱਥੇ ਕੁਝ ਹੋਰ ਹੋਵੇ ਹੀ ਨਾ। ਕੇਵਲ ਦਾ ਅਰਥ ਹੁੰਦਾ ਨਿਰੋਲ। ਕੇਵਲ ਬ੍ਰਹਮ ਪੂਰਨ ਤਹਿ ਬਾਸਨ। ਬਾਸਨ ਦਾ ਅਰਥ ਹੁੰਦਾ ਵਸਣਾ। ਉੱਥੇ ਉਹ ਅਕਾਲ ਪੁਰਖ ਵਾਹਿਗੁਰੂ ਆਪ ਵਸਦਾ ਹੈ। ਪਰਿਪੂਰਨ ਪਰਮਾਤਮਾ ਦੇ ਵਾਸੇ ਦੇ ਵਿੱਚ ਜਾ ਕੇ ਅਭੇਦ ਹੋ ਜਾਈਦਾ ਹੈ ਜੀ। ਭਗਤ ਸੰਗ ਪ੍ਰਭ ਗੋਸ਼ਟ ਕਰਤ। ਹੁਣ ਪ੍ਰਭੂ ਫਿਰ ਗੱਲਾਂ ਬਾਤਾਂ ਕਿਹਨਾਂ ਦੇ ਨਾਲ ਕਰਦਾ ਹੈ? ਆਪਣੇ ਭਗਤਾਂ ਦੇ ਨਾਲ। ਭਗਤ ਸੰਗ ਪ੍ਰਭ ਗੋਸ਼ਟ ਕਰਤ। ਉਹ ਪ੍ਰਭੂ ਪਰਮਾਤਮਾ ਫਿਰ ਗਿਆਨ ਗੋਸ਼ਟੀ ਕਿਹਨਾਂ ਦੇ ਨਾਲ ਕਰਦਾ ਹੈ? ਆਪਣੇ ਭਗਤਾਂ ਦੇ ਨਾਲ ਕਰਦਾ ਹੈ। ਕਿਹੜੇ ਭਗਤਾਂ ਦੇ? ਜਿਹੜੇ ਭਗਤਾਂ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਨੇ ਆਪਣੇ ਇਸ ਜਹਾਜ਼ ਦਾ ਮਾਲਕ ਬਣਾਇਆ ਹੋਇਆ, ਜਿਨ੍ਹਾਂ ਦੇ ਹਵਾਲੇ ਧਰਮ ਦਾ ਜਹਾਜ਼ ਉਸ ਪਰਮਾਤਮਾ ਨੇ ਕੀਤਾ, ਉਹਨਾਂ ਦੇ ਨਾਲ ਫਿਰ ਉੱਥੇ ਗੋਸ਼ਟ ਕਰਦਾ। ਗੋਸ਼ਟ ਦਾ ਅਰਥ ਹੁੰਦਾ ਗਿਆਨ ਗੋਸ਼ਟੀ ਕਰਨੀ। ਹੁਣ ਗਿਆਨ ਗੋਸ਼ਟੀ ਉੱਥੇ ਕਿਵੇਂ ਕਰਦਾ ਹੈ? ਕੱਲ ਦਾ ਪ੍ਰਸੰਗ ਸ਼ਾਇਦ ਆਪ ਸੰਗਤਾਂ ਨੇ ਸਰਵਣ ਕੀਤਾ ਹੋਵੇ, ਉਧਰ ਨਾ ਸਮਾਂ ਵੀ ਥੋੜਾ ਭੱਜਿਆ ਜਾਂਦਾ ਹੈ। ਕੱਲ ਸੰਗਤਾਂ ਨੇ ਸ਼ਾਇਦ ਆਪ ਗੁਰ ਇਤਿਹਾਸ ਸਰਵਣ ਕੀਤਾ ਹੋਵੇ, ਜਿਸ ਵਕਤ ਧੰਨ ਗੁਰੂ ਛੇਵੇਂ ਪਾਤਸ਼ਾਹ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਸਾਈਂ ਮੀਆਂ ਮੀਰ ਜੀ ਨੇ ਬੜਾ ਵੱਡਾ ਸਤਿਕਾਰ ਦਿੱਤਾ ਸੀ। ਇਹਨਾਂ ਦੇ ਚਰਨਾਂ ਨੂੰ ਸਪਰਸ਼ ਕੀਤਾ, ਉੱਚੀ ਥਾਂ ਤੇ ਬਿਠਾਇਆ, ਤੇ ਸਾਰੇ ਤੁਰਕ ਬਲਾਦਰੀ ਸਨ ਜਿਹੜੇ ਸਾਈਂ ਮੀਆਂ ਮੀਰ ਜੀ ਦੇ ਵਿਰੋਧ ਹੋ ਗਏ ਸਨ। ਇੱਥੋਂ ਤੱਕ ਕਿ ਸ਼ਾਹਜਹਾਂ ਬਾਦਸ਼ਾਹ ਸੀ ਜਿਹੜਾ, ਉਹ ਵੀ ਵਿਰੋਧ ਹੋ ਗਿਆ ਸੀ। ਜਦੋਂ ਵਿਰੋਧ ਹੋ ਗਿਆ ਤੇ ਫਿਰ ਸਾਈਂ ਮੀਆਂ ਮੀਰ ਜੀ ਨੇ ਸਮਝਾਇਆ, ਸਾਡੇ ਇਸ ਸੰਸਾਰ ਦੇ ਅੰਦਰ ਅਸੀਂ ਜਿਹੜੇ ਫਕੀਰ ਆ ਨਾ, ਜਦੋਂ ਸੰਸਾਰੀਆਂ ਦੀ ਕਿਸੇ ਲੋੜ ਨੂੰ ਪੂਰਾ ਕਰਨਾ ਹੁੰਦਾ ਹੈ ਤੇ ਫਿਰ ਅਸੀਂ ਜਦੋਂ ਸੱਚਖੰਡ ਜਾ ਕੇ ਅਰਦਾਸ ਕਰਦੇ ਆ ਨਾ, ਤੇ ਅਸੀਂ ਦਰਵਾਜ਼ੇ ਤੱਕ ਹੀ ਪਹੁੰਚ ਸਕਦੇ, ਉਸ ਤੋਂ ਅੱਗੇ ਨਹੀਂ ਜਾ ਸਕਦੇ। ਫਿਰ ਉੱਥੇ ਦਰਵਾਜ਼ੇ ਦੇ ਅੱਗੇ ਜਾ ਕੇ ਸਾਨੂੰ ਇੰਤਜ਼ਾਰ ਉਡੀਕ ਕਰਨੀ ਪੈਂਦੀ ਹੈ। ਫਿਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਆਉਂਦੇ ਨੇ ਤੇ ਇੱਕ ਝਰੋਖੇ ਦੇ ਵਿੱਚੋਂ ਆਣ ਕੇ ਸਾਡੇ ਨਾਲ ਵਿਚਾਰਾਂ ਕਰਦੇ ਨੇ। ਅਸੀਂ ਫਿਰ ਆਪਣੀਆਂ ਬੇਨਤੀਆਂ ਨੇ ਨਾ ਜਿਹੜੀਆਂ ਲੈ ਕੇ ਗਏ ਹੁੰਨੇ ਉੱਥੇ, ਉਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਉੱਥੇ ਦੱਸਦੇ ਆ ਤੇ ਫਿਰ ਇਹ ਸਾਡੀਆਂ ਬੇਨਤੀਆਂ ਨੂੰ ਪ੍ਰਵਾਨ ਕਰਦੇ ਨੇ। ਤੇ ਸਾਈਂ ਮੀਆਂ ਮੀਰ ਦੇ ਇਹਨਾਂ ਵਚਨਾਂ ਤੋਂ ਨਾ ਸ਼ਾਹਜਹਾਂ ਤੇ ਸਾਰੇ ਜਿਤਨੇ ਸਨ ਚੁੱਪ ਹੋ ਗਏ ਵੀ ਇਤਨੀ ਅਵਸਥਾ ਦਾ ਸਾਨੂੰ ਤਾਂ ਪਤਾ ਨਹੀਂ ਸੀ। ਹੁਣ ਗੁਰੂ ਮਹਾਰਾਜ ਜੀ ਰਹਿਮਤ ਕਰਦੇ, ਭਗਤ ਸੰਗ ਪ੍ਰਭ ਗੋਸ਼ਟ ਕਰਤ। ਉਹ ਪ੍ਰਭੂ ਪਰਮਾਤਮਾ ਫਿਰ ਉੱਥੇ ਆਪਣੇ ਭਗਤਾਂ ਦੇ ਨਾਲ ਗੋਸ਼ਟ ਕਰਦਾ ਹੈ। ਭਗਤ ਜਾ ਕੇ ਸੰਸਾਰੀਆਂ ਦੇ ਦੁੱਖ ਨੇ ਜਿਹੜੇ ਉਸ ਪਰਮਾਤਮਾ ਨੂੰ ਦੱਸਦੇ ਨੇ। ਇਹ ਗਿਆਨ ਗੋਸ਼ਟੀਆਂ ਉੱਥੇ ਹੁੰਦੀਆਂ ਹਨ ਜੀ। ਹਰਖ ਨਾ ਸੋਗ ਨਾ ਜਨਮ ਨਾ ਮਰਤ। ਇਹ ਉਹ ਅਵਸਥਾ ਹੈ ਜਿੱਥੇ ਗਮੀ ਖੁਸ਼ੀ ਤੇ ਜਮਣਾ ਮਰਨਾ ਜਿਹੜਾ ਉਹ ਨਹੀਂ ਲੱਗਦਾ ਹੈ। ਕਰ ਕਿਰਪਾ ਜਿਸ ਆਪ ਦਵਾਇਆ। ਇਹ ਹੁਣ ਕੋਈ ਮਿਹਨਤ ਕਰਕੇ ਨਹੀਂ ਮਿਲਦਾ। ਘਾਲ ਨਾ ਮਿਲਿਓ, ਸੇਵ ਨਾ ਮਿਲਿਓ। ਹੁਣ ਇਹਦਾ ਅਰਥ ਇਹ ਨਹੀਂ ਕਰ ਲੈਣਾ ਵੀ ਅਸੀਂ ਸੇਵਾ ਵੀ ਛੱਡ ਦਈਏ ਤੇ ਨਾਮ ਜਪਣ ਵਾਲੀ ਜਿਹੜੀ ਘਾਲਣਾ ਇਹ ਵੀ ਛੱਡ ਦਈਏ। ਨਹੀਂ, ਇਹ ਛੱਡਣੀ ਨਹੀਂ। ਇਹਦਾ ਅਰਥ ਇਹ ਹੈ ਕਰਦੇ ਰਹਿਣਾ ਹੈ। ਜਦੋਂ ਪ੍ਰਾਪਤੀ ਹੋ ਗਈ ਤੇ ਉਦੋਂ ਹੰਕਾਰ ਨਹੀਂ ਲੈ ਆਉਣਾ ਵੀ ਮੈਂ ਨਾਮ ਜਪਿਆ ਤਾਂ ਮਿਲਿਆ ਮੈਨੂੰ। ਕੋਈ ਚੀਜ਼ ਅਸੀਂ ਖਰੀਦਦੇ ਆ ਨਾ, ਕੋਈ ਚੀਜ਼ ਖਰੀਦ ਕੇ ਲੈ ਕੇ ਆਏ ਤੇ ਸਾਡੇ ਅੰਦਰ ਅਹੰ ਭਾਵ ਹੁੰਦਾ ਹੈ, ਮੇਰੇ ਕੋਲ ਪੈਸੇ ਸਨ ਮੈਂ ਫਿਰ ਖਰੀਦ ਕੇ ਲਿਆਇਆ, ਤੂੰ ਖਰੀਦ ਕੇ ਵਿਖਾ। ਅਹੰ ਭਾਵ ਹੋ ਗਿਆ ਨਾ। ਇਹ ਅਹੰ ਭਾਵ ਨਹੀਂ ਰਹਿਣਾ। ਉੱਥੇ ਵੀ ਸਾਡੇ ਅੰਦਰ ਇਤਨੀ ਹਲੀਮੀ ਹੋਣੀ ਚਾਹੀਦੀ ਹੈ। ਕਰ ਕਿਰਪਾ ਜਿਸ ਆਪ ਦਵਾਇਆ ਹੈ। ਸੱਚੇ ਸਤਿਗੁਰੂ ਜੀ, ਇਹ ਦਾਤਾਂ ਤੇਰੀਆਂ ਨੇ
ਜਿੰਦੇ ਤੇ ਤੂੰ ਕਿਰਪਾ ਕਰਦਾ ਹੈ ਨਾ, ਤੇ ਜਿਹਨੂੰ ਆਪ ਦਵਾਨਾ ਉਹਨੂੰ ਮਿਲਦੀਆਂ ਹਨ ਜੀ। ਸਾਧ ਸੰਗ ਤਿਨ ਹਰ ਧਨ ਪਾਇਆ। ਇਹ ਹਰੀ ਪਰਮਾਤਮਾ ਦਾ ਨਾਮ ਧੰਨੇ ਤੇ ਸੰਗਤ ਦੇ ਵਿੱਚ ਆਣ ਕੇ ਗੁਰੂ ਸਵਾਰੇ ਪ੍ਰਾਪਤ ਕਰ ਲੈਂਦੇ ਹਨ। ਦਇਆਲ ਪੁਰਖ ਨਾਨਕ ਅਰਦਾਸ। ਧੰਨ ਗੁਰਬਾਣੀ ਦੇ ਅੰਦਰ ਸਾਂਝੀ ਵਾਲਤਾ ਦੀ ਅਰਦਾਸ ਹੈ ਜਿਹੜੀ ਤਕਰੀਬਨ ਉਹੀ ਕੀਤੀ ਹੈ, ਆਪ ਵਾਸਤੇ ਅਰਦਾਸ ਵੀ ਨਹੀਂ ਕੀਤੀ। ਗੁਰੂ ਮਹਾਰਾਜ ਜੀ ਦੀ ਬਾਣੀ ਨੂੰ ਜਦੋਂ ਅਸੀਂ ਵਿਚਾਰਦੇ ਹਾਂ ਨਾ, ਤੇ ਇਸ ਗੱਲ ਦੀ ਸੋਝੀ ਆਉਂਦੀ ਹੈ ਵੀ ਗੁਰੂ ਮਹਾਰਾਜ ਜੀ ਨੇ ਜੋ ਅਰਦਾਸ ਕੀਤੀ ਨਾ ਉਸ ਵਾਹਿਗੁਰੂ ਦੇ ਅੱਗੇ, ਉਹ ਵੀ ਸਾਂਝੀ ਵਾਲਤਾ, ਸਾਰਿਆਂ ਦੀ ਸਾਂਝੀ ਅਰਦਾਸ ਹੈ, ਕਿਸੇ ਇੱਕ ਦੀ ਨਹੀਂ ਜਾਂ ਆਪ ਵਾਸਤੇ ਨਹੀਂ। ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ। ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਸੰਸਾਰ ਛੱਡ ਰਿਹਾ ਤੇ ਤੂੰ ਕਿਰਪਾ ਕਰ, ਇਹਨਾਂ ਨੂੰ ਰੱਖਣਾ ਕਰ, ਜਿੱਤ ਦੁਆਰੇ ਉਭਰੇ, ਜਿਵੇਂ ਵੀ ਇਹ ਬਚਦੇ ਨਹੀਂ ਇਹਨਾਂ ਨੂੰ ਬਚਾਣਾ ਕਰ। ਹੁਣ ਇੱਥੇ ਵੀ ਸਾਂਝੀ ਵਾਲਤਾ ਦੀ ਅਰਦਾਸ ਹੈ, ਦਇਆਲ ਪੁਰਖ ਨਾਨਕ ਅਰਦਾਸ। ਹੈ ਦਿਆਲੂ, ਤੇਰੇ ਅੰਦਰ ਦਇਆ ਹੈ। ਪੁਰਖ ਪੂਰਨ ਰੂਪ ਦੇ ਵਿੱਚ ਰੱਖਿਆ ਕਰਨ ਵਾਲਾ ਪਰਿਪੂਰਨ ਪਰਮਾਤਮਾ ਸਾਰਿਆਂ ਦੇ ਵਿੱਚ ਵਿਆਪਕ ਹੈ। ਨਾਨਕ ਕੀ ਅਰਦਾਸ ਤੇ ਧੰਨ ਗੁਰੂ ਮਹਾਰਾਜ ਜੀ ਆਪਣੀਆਂ ਸਿੱਖ ਸੰਗਤਾਂ ਸੰਸਾਰੀਆਂ ਵਾਸਤੇ ਅਰਦਾਸ ਕਰਦੇ ਹਨ ਜੀ। ਹਰ ਮੇਰੀ ਵਰਤਨ ਹਰ ਮੇਰੀ ਰਾਸ। ਰਾਸ ਦਾ ਅਰਥ ਵੀ ਪੂੰਜੀ ਹੁੰਦਾ ਹੈ ਤੇ ਵਰਤਨ ਦਾ ਅਰਥ ਹੁੰਦਾ ਵਰਤੇਰਾ ਕਰਨਾ। ਜਿਵੇਂ ਅਸੀਂ ਆਪਣੇ ਰਿਸ਼ਤੇਦਾਰਾਂ ਦੇ ਨਾਲ ਵਰਤਦੇ ਹਾਂ, ਆਪਣੇ ਭੈਣ ਭਰਾਵਾਂ ਦੇ ਨਾਲ ਵਰਤਦੇ ਹਾਂ, ਸਮਾਜ ਦੇ ਵਿੱਚ ਰਹਿੰਦੇ ਹੋਏ ਜਾਣ ਪਛਾਣਿਆ ਆਲਿਆਂ ਦੇ ਨਾਲ ਅਸੀਂ ਵਰਤਦੇ ਹਾਂ। ਵਰਤਨ ਦਾ ਅਰਥ ਹੁੰਦਾ ਹੈ ਕੁਝ ਲੈਣ ਦੇਣ ਕਰਦੇ ਰਹਿਣਾ, ਆਪਣੀਆਂ ਲੋੜਾਂ ਪੂਰੀਆਂ ਕਰਨ ਦੇ ਲਈ ਕਿਸੇ ਤੋਂ ਸਹਾਇਤਾ ਲੈ ਲੈਣੀ। ਉਸੇ ਤਰ੍ਹਾਂ ਫਿਰ ਕਿਸੇ ਦੀ ਲੋੜ ਪੂਰੀ ਕਰਨ ਦੇ ਲਈ ਜੋ ਸਾਡੇ ਕੋਲ ਹੋ ਸਕਦਾ ਹੋਵੇ ਉਹ ਦੇਣਾ, ਇਹਨੂੰ ਕਹਿੰਦੇ ਨੇ ਵਰਤਾਰਾ। ਵਰਤਦੇ ਰਹਿਣਾ, ਦੁੱਖ ਸੁੱਖ ਦੇ ਵਿੱਚ ਇਕੱਠੇ ਰਹਿਣਾ। ਧੰਨ ਗੁਰੂ ਜੀ ਰਹਿਮਤ ਕਰਦੇ ਨੇ, ਹਰ ਮੇਰੀ ਵਰਤਨ। ਹੈ ਸੱਚੇ ਸਤਿਗੁਰ ਦਿਆਲੂ ਕਿਰਪਾਲੂ, ਤੇਰੇ ਅੱਗੇ ਸਾਡੀ ਇਹ ਅਰਦਾਸ ਹੈ ਕਿ ਸਾਡਾ ਜਿਹੜਾ ਵਰਤਾਰਾ ਹੈ ਨਾ ਉਹਨਾਂ ਦੇ ਨਾਲ ਹੋਵੇ ਜਿਹੜੇ ਹਰੀ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਣ ਵਾਲੇ ਨੇ। ਹੇ ਪਰਮਾਤਮਾ, ਤੇਰੇ ਨਾਮ ਦੇ ਨਾਲ ਹੀ ਸਾਡਾ ਵਰਤਾਰਾ ਹੋਵੇ। ਅਸੀਂ ਸਮਾਜ ਦੇ ਵਿੱਚ ਵਿਚਰਦੇ ਰਹੀਏ, ਵਰਤਦੇ ਰਹੀਏ ਤੇ ਉਹਨਾਂ ਦੇ ਨਾਲ ਜਿਹੜੇ ਨਾਮ ਜਪਣ ਵਾਲੇ ਨੇ। ਹਰ ਮੇਰੀ ਰਾਸਤੇ ਸਾਡੀ ਧਨ ਦੌਲਤ ਕਮਾਈ ਹੈ ਨਾ ਜਿਹੜੀ, ਇਹ ਵੀ ਹਰੀ ਅਕਾਲ ਪੁਰਖ ਵਾਹਿਗੁਰੂ ਤੇਰਾ ਨਾਮ ਹੀ ਹੋਵੇ। ਤੇਰੇ ਨਾਮ ਵਾਲਿਆਂ ਦੇ ਨਾਲ ਸਾਡਾ ਵਰਤਾਰਾ ਹੋਵੇ। ਸਾਡੀ ਦੌਲਤ ਪੂੰਜੀ ਜੋ ਹੈ ਇਹ ਵੀ ਤੇਰਾ ਨਾਮ ਜਪਣ ਵਾਲੇ ਨੇ ਜਿਹੜੇ ਗੁਰੂ ਸਵਾਰੇ, ਉਹਨਾਂ ਤੋਂ ਹੀ ਸਾਨੂੰ ਉਪਜੀਵ ਕਰਨ ਦੇ ਲਈ ਕੁਝ ਨਾ ਕੁਝ ਮਿਲਦਾ ਰਵੇ। ਦਇਆਲ ਪੁਰਖ ਨਾਨਕ ਅਰਦਾਸ, ਤੇਰੇ ਅੱਗੇ ਦਿਆਲੂ ਕਿਰਪਾਲੂ ਅਰਦਾਸ ਹੈ। ਹਰ ਮੇਰੀ ਵਰਤਨ, ਮੇਰਾ ਵਰਤਾਰਾ ਹਰੀ ਪਰਮਾਤਮਾ ਦਾ ਨਾਮ, ਹਰ ਮੇਰੀ ਪੂੰਜੀ ਰਾਸ ਤੇ ਤੇਰਾ ਨਾਮ ਹੀ ਸਾਡੀ ਪੂੰਜੀ ਦੌਲਤ ਬਣ ਜਾਵੇ। ਇਤਨੀਆਂ ਕੁ ਸੇਵਾਵਾਂ ਸੰਗਤ ਨੇ ਪ੍ਰਵਾਨ ਕਰਨੀਆਂ। ਸੱਚੇ ਸਤਿਗੁਰ ਕਿਰਪਾ ਕਰ, ਰਹਿਮਤ ਕਰਨ। ਧੰਨ ਗੁਰਬਾਣੀ ਦੇ ਅੰਦਰ ਗੁਰੂ ਜੀ ਨੇ ਜੋ ਸਾਨੂੰ ਸੰਦੇਸ਼ ਦੀ ਦਾਤ ਬਖਸ਼ਿਸ਼ ਕੀਤੀ ਹੈ, ਸਾਡੀ ਝੋਲੀ ਪਵੇ, ਸਾਡੇ ਪੱਲੇ ਪਵੇ। ਅਸੀਂ ਵੀ ਆਪਣਾ ਜੀਵਨ ਹੈ ਜਿਹੜਾ ਸੁਖ ਦੇ ਨਾਲ ਸਕੂਨ ਦੇ ਨਾਲ ਜਿਉਣਾ ਕਰੀਏ। ਦੇਹੋ ਸੱਜਣ ਆਸੀਸ ਰੀਆ, ਜੋ ਹੋਏ ਸਹਿਬ ਸਿਉ ਮੇਲ। ਦਇਆਲ ਪੁਰਖ ਨਾਨਕ